ਸ਼ਮਾਦਾਨ। ਰੇਡੀਓ ਪੰਜਾਬ ਟੁਡੇ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਮੇਰੇ ਵੱਲੋਂ ਸਰਦਾਰ ਜਸਵੀਰ ਸਿੰਘ ਪੱਟੀ, ਸ਼ਿਵਿੰਦਰ ਜੀ ਅਤੇ ਸਰਦਾਰ ਬਖਤੌਰ ਸਿੰਘ ਢਿੱਲੋਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ਾਮਦੀਦ। ਤੁਸੀਂ ਇਸ ਵਕਤ ਸਾਡੇ ਨਾਲ ਬਠਿੰਡਾ ਸਟੂਡੀਓ ਤੋਂ ਪ੍ਰੋਗਰਾਮ ਸ਼ਮਾਦਾਨ ਦੇ ਜ਼ਰੀਏ ਲਾਈਵ ਜੁੜੇ ਹੋਏ ਹੋ। ਇਹ ਪ੍ਰੋਗਰਾਮ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਸ਼ਾਮ ਨੂੰ 6:30 'ਤੇ ਲਾਈਵ ਪ੍ਰਸਾਰਿਤ ਕੀਤਾ ਜਾਂਦਾ ਹੈ। ਅੱਜ ਤਰੀਕ ਹੈ ਜੀ 1 ਮਾਰਚ, ਸਮਾਂ ਸ਼ਾਮ ਦੇ 6:30 ਦਾ। ਸੋ ਇਸ ਤੋਂ ਪਹਿਲਾਂ ਕਿ ਆਪਾਂ ਅੱਗੇ ਚੱਲੀਏ, ਤੁਹਾਨੂੰ ਦੱਸ ਦਈਏ ਕਿ ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਇਆ ਜੀ ਪਿੰਡ ਭੈਣੀ ਵੜਿੰਗਾ, ਜ਼ਿਲ੍ਹਾ ਲੁਧਿਆਣਾ ਦੇ ਸਾਡੇ ਸਤਿਕਾਰਤ ਲਿਸਨਰਸ ਵੱਲੋਂ ਅਤੇ ਵਾਸ਼ਿੰਗਟਨ ਫreight ਸਰਵਿਸ ਸ਼ਟਲ ਵੱਲੋਂ, ਜਿਹੜੇ ਕਿ ਓਨਰ, ਆਪਰੇਟਰ ਅਤੇ ਡਰਾਈਵਰ ਲੋਕਲ ਏਰੀਆ ਜੋਬ ਦੇ ਲਈ ਹਾਇਰ ਕਰ ਰਹੇ ਨੇ। ਗੁਰਵਿੰਦਰ ਸਿੰਘ ਧਾਲੀਵਾਲ ਹੋਰਾਂ ਨਾਲ 2063544060 ਅਤੇ ਜਗਦੇਵ ਸੰਧੂ ਹੋਰਾਂ ਨਾਲ 2532666924 'ਤੇ ਗੱਲ ਕਰ ਸਕਦੇ ਹੋ। ਸੋ ਵਰਜੀਨੀਆ ਦੇ ਸ਼ਹਿਰ ਫਰੈਡਰਿਕਸਬਰਗ ਦੇ ਵਿੱਚ ਖੁੱਲ੍ਹ ਚੁੱਕਾ ਜੀ 2020 CDL ਡਰਾਈਵਿੰਗ ਸਕੂਲ। ਇੱਥੇ ਤੁਸੀਂ ਸਕੂਲ ਬੱਸ ਡਰਾਈਵਰ ਤੋਂ ਇਲਾਵਾ CDL ਕਲਾਸ A, B ਐਂਡ P ਦੀ ਟ੍ਰੇਨਿੰਗ ਲੈ ਸਕਦੇ ਹੋ। ਬੱਸ, ਟਰੱਕ, ਕਮਰਸ਼ੀਅਲ ਟਰੈਕਟਰ, ਟ੍ਰੇਲਰ ਦੀ ਡਰਾਈਵਿੰਗ ਸਿੱਖ ਸਕਦੇ ਹੋ। ਤੁਹਾਨੂੰ ਇੱਥੇ ਸਟੇ ਫਰੀ ਦਿੱਤਾ ਜਾਂਦਾ, ਪਿਕ ਐਂਡ ਡਰੋਪ ਫਰੀ ਦਿੱਤੀ ਜਾਂਦੀ ਹੈ, ਅਤੇ ਇਸ ਤੋਂ ਇਲਾਵਾ ਤੁਹਾਨੂੰ ਟਿਊਸ਼ਨ ਫੀ ਦੇ ਉੱਤੇ ਵੀ ਹੈਲਪ ਕਰਵਾ ਕੇ ਦਿੱਤੀ ਜਾਂਦੀ ਹੈ। ਜੇਕਰ ਤੁਸੀਂ ਰੇਡੀਓ ਪੰਜਾਬ ਟੂਡੇ ਦਾ ਹਵਾਲਾ ਦਿੰਦੇ ਹੋ ਤਾਂ ਸਨੀ ਜੀ ਨਾਲ ਸੰਪਰਕ ਕਰੋ 5406560985 'ਤੇ। ਕੁਛ ਹੋਰ ਵਪਾਰਕ ਸੁਨੇਹੇ ਤੇ ਫਿਰ ਹਾਜ਼ਰ ਹੁੰਦੇ ਆ। ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ, ਕੈਲਗਰੀ, ਅਲਬਰਟਾ, ਕੈਨੇਡਾ, ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾਂ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ, ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 ਡੇਜ਼, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ। ਔਰ ਹਾਂ, ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 4034049501 4034049501। ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ, ਕੈਲਗਰੀ, ਅਲਬਰਟਾ, ਕੈਨੇਡਾ। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 8556002064 ਅਤੇ 8556002071। ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਣੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 5196220660 ਜਾਂ quicktrucklube.com। QTL, because we care। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਮੇਰੇ ਨਾਲ ਸਰਦਾਰ ਜਸਵੀਰ ਸਿੰਘ ਪੱਟੀ ਹੋਰੀ ਜੁੜ ਗਏ ਨੇ। ਪੱਟੀ ਸਾਹਿਬ, ਗੁਰਫਤਿਹ ਜੀ, ਸਾਂਝ ਪਾਈਏ ਸਾਰੇ ਪਰਿਵਾਰ। ਮੇਰੇ ਵੱਲੋਂ ਵੀ ਆਪ ਜੀ ਨੂੰ ਗੁਰਫਤਿਹ ਜੀ। ਸੋ ਪੱਟੀ ਸਾਹਿਬ, ਅੱਜ ਵੈਸੇ ਆਪਾਂ ਕੱਲ੍ਹ ਗੱਲ ਕਰਕੇ ਹਟੇ ਸੀ ਵੀ ਮਜੀਠੀਆ ਸਾਹਿਬ ਕਿਸੇ ਨੂੰ ਮਿਲ ਨਹੀਂ ਰਹੇ, ਪਰ ਅੱਜ ਸਾਰਾ ਪਰਿਵਾਰ ਜਿਹੜਾ ਜੀ ਉਹਨਾਂ ਨੂੰ ਮਿਲ ਕੇ ਆਇਆ ਅਤੇ ਨਾਲੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਨੇ। ਹਾਂਜੀ, ਤੇ ਨਾਲੇ ਵਫਦ ਵੀ ਕਹਿੰਦੇ ਪਟਿਆਲੇ ਜੇਲ੍ਹ ਪੁੱਜਾ ਜੀ। ਸੋ ਬੀਬੀ ਹਰਸਿਮਰਤ ਕੌਰ ਵੀ ਪਟਿਆਲਾ ਜੇਲ੍ਹ, ਤੇ ਮਜੀਠੀਆ ਸਾਹਿਬ ਵੀ ਪਟਿਆਲਾ ਜੇਲ੍ਹ, ਤੇ ਅਕਾਲੀ ਲੀਡਰ ਵੀ ਪਟਿਆਲਾ ਜੇਲ੍ਹ 'ਚ।
ਬਿਲਕੁਲ ਜੀ, ਕੱਲ ਬਕਾਇਦਾ ਤੌਰ ਤੇ ਅਕਾਲੀ ਦਲ ਦਾ ਇੱਕ ਲੀਡਰ ਬੀਬੀ ਜਗੀਰ ਕੌਰ, ਮਹੇਸ਼ਿੰਦਰ ਸਿੰਘ ਗਰੇਵਾਲ, ਬਕਾਇਦਾ ਤੌਰ ਸੁਰਜੀਤ ਸਿੰਘ ਰੱਖੜਾ, ਬਕਾਇਦਾ ਤੌਰ ਤੇ ਡਾਕਟਰ ਦਲਜੀਤ ਸਿੰਘ ਚੀਮਾ ਵਗੈਰਾ ਵਗੈਰਾ ਜਿਹੜੇ ਸੀ ਮਜੀਠੀਆ ਸਾਹਿਬ ਮੁਲਾਕਾਤ ਕਰਕੇ ਆਏ ਸੀ। ਔਰ ਜਦੋਂ ਬਾਹਰ ਆਏ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਪੁੱਛਿਆ ਗਿਆ ਵੀ ਮਨੋਬਲ ਕਿਸ ਤਰ੍ਹਾਂ ਦਾ ਮਜੀਠੀਆ ਸਾਹਿਬ ਦਾ, ਜੀ ਉਹ ਕਹਿੰਦੇ ਬਿਲਕੁਲ ਚੜ੍ਹਦੀ ਕਲਾ ਦੀ ਗੱਲ ਹੀ ਕੋਈ ਨਹੀਂ ਹੈਗੀ। ਹਾਂਜੀ ਤੇ ਚੜ੍ਹਦੀ ਕਲਾ ਦੀ ਤੁਹਾਨੂੰ ਮੈਂ ਗੱਲ ਦੱਸਣ ਲੱਗਾ, 1994 ਦੇ ਵਿੱਚ ਫਤਿਆਬਾਦ ਦੇ ਵਿੱਚ ਇੱਕ ਬਕਾਇਦਾ ਤੌਰ ਤੇ ਅਕਾਲੀ ਦਲ ਦੀ ਰੈਲੀ ਹੋਈ। ਜੀ ਉਸ ਰੈਲੀ ਦੇ ਵਿੱਚ ਜਿਹੜਾ ਰਣਜੀਤ ਸਿੰਘ ਜਿਹੜਾ ਸੱਜਣ ਵੱਡੀ ਸੀ ਤੇ ਰਣਜੀਤ ਸਿੰਘ ਬ੍ਰਹਮਪੁਰਾ ਧੜਾ ਭਿੜ ਪਿਆ। ਉਸ ਭੇੜ ਦੇ ਵਿੱਚ ਡਾਂਗ ਸੁੱਟਾ ਚੱਲਿਆ ਤੇ ਜਿਹੜੇ ਸਾਡੇ ਰਣਜੀਤ ਸਿੰਘ ਸੱਜਣ ਵੱਡੀ ਸੀ ਉਹਨਾਂ ਦੇ ਸਿਰ 'ਚ ਕੋਈ ਡਾਂਗ ਵੱਜੇ, ਕੀ ਵੱਜਿਆ, ਲਹੂ ਵਗ ਰਿਹਾ ਸੀ, ਜਿਹੜੇ ਕੇਸ ਖਿੱਦਰੇ ਸੀ, ਗਲ ਪੱਗ 'ਚ ਪਈ ਸੀ। ਜੀ ਜਿਹੜੀ ਪੱਗ ਸੀ ਉਹ ਗਲ 'ਚ ਪਈ ਸੀ। ਤੇ ਉਹਨਾਂ ਨੂੰ ਜਦੋਂ ਪੁੱਛਿਆ ਵੀ ਜਹਦਾ ਜੀ ਕੀ ਹਾਲ ਚਾਲ, ਕਹਿੰਦੇ ਚੜ੍ਹਦੀ ਕਲਾ 'ਚ। ਜੀ ਤੇ ਇਹ ਨਹੀਂ ਪਤਾ ਵੀ ਚੜ੍ਹਦੀ ਕਲਾ ਉਹਨੇ ਇਹੋ ਜਿਹੀ ਕਹੀ ਹੈ ਕਿ ਕਿਹੋ ਜਿਹੀ ਕਹੀ ਆ, ਲੇਕਿਨ ਮੈਂ ਜੋ ਮਹਿਸੂਸ ਕਰਦਾ ਜਿਹੜਾ ਉਹਨੇ ਇੱਕਦਮ ਇਨਕਾਰ ਕੀਤਾ ਵੀ ਮੈਂ ਕਿਸੇ ਨਾਲ ਮੁਲਾਕਾਤ ਨਹੀਂ ਕਰਨੀ, ਉਹ ਉਹਦਾ ਡੀਮੋਰਲਾਈਜੇਸ਼ਨ ਦੀ ਗੱਲ ਕਰਦੀ ਸੀ ਵੀ ਥੋੜਾ ਜਿਹਾ ਸ਼ਾਇਦ ਮਜੂਸ ਹੋਣੇ ਇਸ ਗੱਲ। ਜੀ ਲੇਕਿਨ ਇਹ ਵੀ ਪਤਾ ਲੱਗਾ ਵੀ ਉਹ ਅੰਦਰ ਬਕਾਇਦਾ ਤੌਰ ਤੇ ਕੈਦੀਆਂ ਦੀਆਂ ਸ਼ਿਕਾਇਤਾਂ ਸੁਣ ਰਹੇ ਨੇ। ਅੱਛਾ, ਕੈਦੀਆਂ ਦੀਆਂ ਸ਼ਿਕਾਇਤਾਂ ਵੀ ਉੱਥੇ ਅਦਾਲਤ ਲਾ ਲਈ। ਮੈਂ ਬਾਹਰ ਜਾ ਕੇ ਤੁਹਾਡੀਆਂ ਸ਼ਿਕਾਇਤਾਂ ਦਾ ਹੱਲ ਕਰੂੰਗਾ, ਮੈਂ ਲੀਡਰ ਹਾਂ। ਤੇ ਲੋਕ ਸ਼ਿਕਾਇਤਾਂ ਆਪਣੀਆਂ ਦੇ ਵੀ ਰਹੇ ਆ। ਜੀ ਇਸੇ ਤਰ੍ਹਾਂ ਜੋ ਖਹਿਰਾ ਸਾਹਿਬ ਗਏ ਸੀ, ਖਹਿਰਾ ਸਾਹਿਬ ਵੀ ਕੈਦੀਆਂ ਦੀ ਸ਼ਿਕਾਇਤਾਂ ਸੁਣਦੇ ਰਹੇ ਸੀ ਤੇ ਉਹਨਾਂ ਨੇ ਵਾਅਦਾ ਕੀਤਾ ਸੀ ਬਾਹਰ ਜਾ ਕੇ ਸਾਡੀ ਸਰਕਾਰ ਮੈਂ ਕੁਝ ਨਾ ਕੁਝ ਕਰੂੰਗਾ। ਲੇਕਿਨ ਉਸ ਤੋਂ ਬਾਅਦ ਉਹਨਾਂ ਕਿਹਾ ਤੇ ਜ਼ਰੂਰ ਸੀ ਅੰਦਰ ਬਹੁਤ ਕੁਛ ਆ। ਜੀ ਉਹ ਬਹੁਤ ਕੁਛ ਕੀ ਆ ਉਹ ਅਜੇ ਤੱਕ ਦੱਸਿਆ ਨਹੀਂ ਉਹਨਾਂ ਨੇ। ਉਹ ਕਿਉਂ ਨਹੀਂ ਦੱਸਿਆ ਤੇ ਉਹੀ ਜਾਣਦੇ ਆ। ਲੇਕਿਨ ਹਾਲ ਦੀ ਘੜੀ ਮਜੀਠੀਆ ਸਾਹਿਬ ਵੀ ਸ਼ਿਕਾਇਤਾਂ ਸੁਣ ਰਹੇ ਨੇ। ਜੀ ਸੁਣ ਕੇ ਤੇ ਹੌਸਲਾ ਦੇ ਰਹੇ ਵੀ ਭਾਈ ਜਵਾਨੋ ਤੁਹਾਡਾ ਬਾਹਰ ਜਾ ਕੇ ਸਾਡੀ ਸਰਕਾਰ ਬਣ ਜਾਣੀ ਤੇ ਅਸੀਂ ਤੁਹਾਡਾ ਨਿਪਟਾਰਾ ਕਰਾਂਗੇ ਸ਼ਿਕਾਇਤਾਂ ਦਾ। ਜੀ ਦੂਸਰੀ ਚੀਜ਼ ਜਿਹੜੀ ਨਾਲ ਹੀ ਜੁੜਦੀ, ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਹੋਰੀ ਤੋਂ ਉਹਨਾਂ ਪਰਿਵਾਰ ਸਮੇਤ ਜਾ ਕੇ ਮਜੀਠੀਆ ਸਾਹਿਬ ਨਾਲ ਮੁਲਾਕਾਤ ਕੀਤੀ ਆ। ਜੀ ਜੇ ਤੁਸੀਂ ਅਸੀਂ ਚੱਲ ਜੇ ਤੇ 10 ਮਿੰਟਾਂ ਬਾਅਦ ਬਕਾਇਦਾ ਤੌਰ ਤੇ ਕਹਿੰਦੇ ਨੇ ਜਾਓ ਭਾਈ ਘਰ ਨੂੰ, ਹੁਣ ਵਿਆਹ ਹੋ ਗਿਆ, ਮੁਲਾਕਾਤ ਖਤਮ। ਆ ਵੀ ਜੰਗਲੇ ਵਿੱਚ ਦੀ। ਬਿਲਕੁਲ। ਅੱਜ ਸ਼ਿਵਰਾਤਰੀ ਦੀ ਬਕਾਇਦਾ ਤੌਰ ਤੇ ਛੁੱਟੀ ਹੋਣ ਦੇ ਬਾਵਜੂਦ ਵੀ ਉਹਨਾਂ ਦੀ ਮੁਲਾਕਾਤ ਜਿਹੜੀ ਅੰਦਰ ਬਹਾ ਕੇ 2 ਘੰਟੇ ਕਰੇਗੀ। ਇਹ ਤਾਂ ਫਿਰ ਕੱਲ ਨੂੰ ਕੋਰਟ ਦਾ ਪੰਗਾ ਹੋ ਸਕਦਾ ਜੀ। ਫਿਰ ਚਲੋ ਹੋ ਸਕਦਾ, ਨਹੀਂ ਹੋ ਸਕਦਾ ਤੇ ਹੁਣ ਹੋ ਜਾਂਦਾ ਨਾ ਜੀ। ਕਿ ਜਦੋਂ ਬਾਕੀਆਂ ਦੀ ਅੱਜ ਮੁਲਾਕਾਤ ਨਹੀਂ ਹੋ ਸਕਦੀ, ਸਪੈਸ਼ਲ ਮੁਲਾਕਾਤ ਕਿਵੇਂ ਹੋਗੀ? ਹੋ ਸਕਦਾ ਡੀਜੀਪੀ ਜਿਹੜਾ ਜੇਲ੍ਹਾਂ ਉਹਨੇ ਕੋਈ ਆਦੇਸ਼ ਜਾਰੀ ਕੀਤੇ ਵੀ ਕਰਾ ਦੇ ਮੁਲਾਕਾਤ, ਕੋਈ ਗੱਲ ਜੀ। ਹੁਣ ਉਹਨਾਂ ਨੇ 2 ਘੰਟੇ ਮੁਲਾਕਾਤ ਕੀਤੀ ਹੈ ਤੇ 2 ਘੰਟੇ ਮੁਲਾਕਾਤ ਕਰਨ ਤੋਂ ਬਾਅਦ ਉਹਨਾਂ ਨੇ ਕਿਹਾ ਜੀ ਉਹਨਾਂ ਦਾ ਜਨਮ ਦਿਨ ਸੀ ਜੀ, ਵਧਾਈ ਦੇ ਕੇ ਕਿ ਸ਼ਾਇਦ ਅੰਦਰ ਕੇਕ ਵੀ ਕੱਟਿਆ ਹੋਵੇ। ਇਹ ਵੀ ਹੋ ਸਕਦਾ ਜੀ, ਇਹ ਵੀ ਕਿਉਂ ਨਹੀਂ ਹੋ ਸਕਦਾ। ਹੁਣ ਇਹਨਾਂ ਕੀ ਕੀਤਾ ਵੀ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਬਾਹਰ ਆਏ ਆ, ਗਏ ਇਹ ਮੇਨ ਐਂਟਰ ਗੇਟ ਥਾਣੀ ਆ ਤੇ ਆਏ ਪਿਛਲੇ ਪਾਸੇ ਗੇਟ ਥਾਣੀ ਬਾਹਰ ਨਿਕਲੇ। ਅੱਛਾ ਜੀ। ਬਾਹਰ ਜਿਹੜੀ ਉੱਥੇ ਦੀਵਾਰ ਸੀਗੀ ਜੇਲ੍ਹ ਦੀ, ਉਹਦੇ ਨਾਲ ਇਹਨਾਂ ਟੈਂਟ ਟੁੰਟ ਲਾਏ ਸੀ। ਉੱਥੇ ਇਹਨਾਂ ਦੇ ਆਪਣੇ ਵਰਕਰ ਕਾਫੀ ਨੌਜਵਾਨ ਖੜੇ ਸੀਗੇ ਉੱਥੇ। ਉੱਥੇ ਪੱਤਰਕਾਰਾਂ ਨਾਲ ਗੱਲ ਕੀਤੀ ਆ ਵੀ ਕਾਂਗਰਸ ਸਰਕਾਰ ਜਿਹੜੀ ਆ 2-4 ਦਿਨ ਦੀ ਬਣਾਉਣੀ ਹੈਗੀ ਤੇ ਸਾਨੂੰ ਮੁਲਾਕਾਤ ਨਹੀਂ ਕਰਨ ਦਿੰਦੀ। ਅੱਛਾ, ਹਜੇ ਕਹਿੰਦੇ ਮੁਲਾਕਾਤ ਨਹੀਂ ਕਰਨ ਦਿੰਦੇ, ਨਾਲੇ ਕੇਕ ਕੱਟਿਆ ਏ। ਕਿਆ ਬਾਤ ਹੈ, ਕਿਆ ਬਾਤ। ਹਾਂ, ਤੇ ਕਾਂਗਰਸ ਨੇ ਬਹੁਤ ਨੁਕਸਾਨ ਕੀਤਾ। ਕਾਂਗਰਸ ਦੇ ਪੱਲੇ ਕੁਛ ਨਹੀਂ, ਕਾਂਗਰਸ ਜਾ ਰਹੀ ਹੈ ਤੇ ਅਸੀਂ ਸਰਕਾਰ ਬਣਾ ਰਹੇ ਬਕਾਇਦਾ ਤੌਰ ਤੇ। ਬੱਲੇ 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 ਬੱਲੇ। ਚੰਗੀ ਗੱਲ ਭਾਜੀ, ਸਰਕਾਰ ਬਣਾਓ, ਤੁਹਾਡੀ ਸਰਕਾਰ ਨੂੰ ਹਾਂ, ਗੱਲ ਸਿਆਣੀ ਹੈ ਜੀ, ਤੁਹਾਨੂੰ ਪੂਰਾ ਅਧਿਕਾਰ ਹੈ, ਵੋਟਾਂ ਪਵਾਈਆਂ ਲੋਕਾਂ ਨੇ, ਕਹਿਣ ਜੀ ਕਹੋ ਜੀ। ਹਾਂ, ਲੇਕਿਨ ਮਜੀਠੀਆ ਸਾਹਿਬ ਨੂੰ ਅੱਜ ਹੌਸਲਾ ਦੇ ਕੇ ਆਏ ਨੇ, ਭਾਈ ਚਿੰਤਾ ਨਾ ਕਰੋ, ਅਸੀਂ ਹਾਈ ਕੋਰਟ ਜਾ ਰਹੇ ਹਾਂ, ਤੁਹਾਡੀ ਜਲਦੀ ਜ਼ਮਾਨਤ ਕਰਾਵਾਂਗੇ। ਆਪਾਂ ਇਸੇ ਹੀ ਮੰਚ ਤੇ ਗੱਲ ਕੀਤੀ ਸੀ ਕਿ ਸੈਸ਼ਨ ਕੋਰਟ ਨੇ ਇਸੇ ਕੇਸ ਦੇ ਵਿੱਚ ਇਹਨਾਂ ਦੀ ਜ਼ਮਾਨਤ ਪਹਿਲਾਂ ਰੱਦ ਕੀਤੀ ਸੀ। ਹਾਈ ਕੋਰਟ ਵੀ ਜ਼ਮਾਨਤ ਰੱਦ ਕਰ ਚੁੱਕੀ ਇਹਨਾਂ ਦੀ। ਅੱਛਾ ਜੀ। ਜੇ ਸਡਨਲੀ ਹਾਈ ਕੋਰਟ ਨੇ ਇਹਨਾਂ ਦੀ ਗੱਲ ਨਾ ਸੁਣੀ ਤੇ ਫਿਰ ਕੋਈ ਸਮਾਂ ਲੱਗ ਜਾਏਗਾ। ਸੁਪਰੀਮ ਕੋਰਟ ਜਾਂਦੇ ਤਾਂ ਉੱਥੇ ਬੇਲ ਵੀ ਲੰਮਾ ਸਮਾਂ ਪੈ ਸਕਦਾ। ਇਹ ਜਿਹੜੀਆਂ ਧਾਰਾਵਾਂ ਲਾਈਆਂ ਜੀ, ਇਹ ਬੇਲੇਬਲ ਨਹੀਂ ਜੀ। ਜੇ ਬੇਲੇਬਲ ਨਹੀਂ ਤੇ ਮਜੀਠੀਆ ਸਾਹਿਬ ਦੀ ਜੇ ਹਾਈ ਕੋਰਟ ਚੋਂ ਜ਼ਮਾਨਤ ਰੱਦ ਹੁੰਦੀ ਫਿਰ ਕਾਫੀ ਡੀਮੋਰਲਾਈਜ਼ ਹੋਣਗੇ ਉਹ। ਵੈਸੇ ਅੰਦਰ ਉਹਨਾਂ ਦੀ ਟਹਿਲ ਸੇਵਾ ਕੀਤੀ ਜਾ ਰਹੀ ਹੈ। ਉਹ ਤਾਂ ਦੇਖੋ ਜੀ, ਆਪਣੇ ਤੁਹਾਡੇ ਮੇਰੇ ਵਰਗਿਆਂ ਲਈ ਜੇਲ੍ਹ ਹੈ। ਜੀ 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 ਜੀ।
ਜੀ। ਸੋ ਤੁਸੀਂ ਗੱਲ ਕਰ ਰਹੇ ਹੋ ਵੀ ਆਪਣੇ ਸੁਖਬੀਰ ਸਿੰਘ ਬਾਦਲ ਹੋਰੀ ਕਹਿੰਦੇ ਨੇ ਕਿ ਸਾਡੀ ਜਿਹੜੀ ਹੈ ਜੀ ਸਰਕਾਰ ਬਣ ਰਹੀ ਹੈ, ਪਰ ਮੈਨੂੰ ਇੱਕ ਕਨਸੋ ਆਈ ਹੈ। ਕਹਿੰਦੇ ਅਕਾਲੀਆਂ ਨੇ ਵੋਟਾਂ ਤੋਂ ਮਗਰੋਂ ਆਪਦਾ ਹੁਣ ਅੰਦਰੂਨੀ ਸਰਵੇ ਕਰਾਇਆ, ਮੂੰਹ ਤੋਂ ਕਹਿੰਦੇ ਫੁੱਲ ਸੁੱਕੇ ਪਏ ਆ, ਸਿੱਕਰੀ ਜੰਮੀ ਗਈ, ਤੇ ਕਹਿੰਦੇ ਰਾਤ ਨੂੰ ਤਰੇਲੀਆਂ ਆਉਂਦੀਆਂ ਨੇ। ਕੱਲ ਦੀ ਤੁਸੀਂ ਬਕਾਇਦਾ ਤੌਰ ਤੇ ਇੰਡੀਅਨ ਐਕਸਪ੍ਰੈਸ ਪੜ੍ਹ ਲਓ ਜੀ, ਜਿਹੜਾ ਇਹਨਾਂ ਨੇ ਆਪ ਸਰਵੇ ਕਰਾਇਆ, ਤੇ ਉਹ ਹੋ ਸਕਦਾ ਵੀ ਥੋੜਾ ਬੜਾ ਰਹਿਤ ਵੀ ਕੀਤੀ ਹੋਈ ਵੀ ਅਗਲੇ ਨੇ ਸਰਵੇ ਸਾਡੇ ਕੋਲ ਕਰਾਇਆ ਵਾ। ਉਹ ਕਹਿੰਦੇ ਵੀ ਕਾਲੀਆਂ ਨੂੰ ਜਿਹੜੀ ਮਾਲਵੇ ਦੇ ਵਿੱਚੋਂ 15 ਤੋਂ ਲੈ ਕੇ 20 ਸੀਟਾਂ ਮਿਲ ਰਹੀਆਂ ਨੇ ਮਾਲਵੇ ਚੋਂ। ਅੱਛਾ ਜੀ। ਜੀ। ਤੇ ਮਾਝੇ ਦੇ ਵਿੱਚੋਂ ਦੋਵਾਂ ਦੇ ਵਿੱਚੋਂ ਇਹਨਾਂ ਨੂੰ ਜਿਹੜੀਆਂ 10 ਤੋਂ ਵੱਧ ਨਹੀਂ ਮਿਲ ਰਹੀਆਂ। 15 ਤੋਂ 20 25 ਹੋ ਗਈਆਂ, ਫਿਰ 25 ਤੋਂ 30। ਪਿਛਲੀ ਵਾਰੀ ਜਿਹੜੀਆਂ ਮਾਝੇ ਚ 2 ਸੀਟਾਂ ਮਿਲੀਆਂ ਸੀ ਤੇ ਦੁਆਬੇ ਚ 5 ਮਿਲੀਆਂ ਸੀਗੀਆਂ। ਐਤਕੀ ਉਹ 10 ਕਹਿੰਦੇ, 10 ਦੀਆਂ ਘੱਟ ਵੀ ਸਕਦੀਆਂ, ਵੱਧ ਵੀ ਸਕਦੀਆਂ, ਕੁਝ ਨਹੀਂ ਕਹਿ ਸਕਦੇ ਬਾਰੇ ਚ ਜੀ। तो ਹੁਣ ਬਕਾਇਦਾ ਤੌਰ ਤੇ ਮਜੂਸ ਤੇ ਅਕਾਲੀ ਵੀ ਸਾਡੀ ਸਰਕਾਰ ਤੇ ਬਣਦੀ ਨੂੰ ਵਿਚਾਰ ਕਰਦਾ ਰੱਖੋ ਕਿ ਗੱਠਜੋੜ ਕਿਤਨਾ ਕਰਦਾ ਸੱਤਾ ਚ ਆਪਾਂ ਆਉਣੇ ਜੋ ਮਰਜ਼ੀ ਹੋ। ਜੇ ਸੱਤਾ ਚਾਉਣ ਦੀ ਗੱਲ ਕੀਤੀ ਜਾ ਰਹੀ ਹੈ ਤੇ ਫਿਰ ਤੁਹਾਨੂੰ ਪਤਾ ਗੱਠਜੋੜ ਤਾਂ ਕਿਸ ਨੇ ਕਰਨਾ ਪਊਗਾ, ਕਰਨਾ ਬਿਲਕੁਲ ਪਊਗਾ ਜੀ, ਬਿਲਕੁਲ ਪਊਗਾ। ਦੂਜੇ ਪਾਸੇ ਜਿਹੜੀ ਬੀਜੇਪੀ ਆ, ਜੇ ਕਿਤੇ ਉਹਨਾਂ ਦੀ ਗੋਆ ਦੇ ਵਿੱਚ, ਉੱਤਰਾਖੰਡ ਦੇ ਵਿੱਚ ਯੂਪੀ ਦੀ ਸਰਕਾਰ ਨਾਲ ਬਣੀ ਤੇ ਫਿਰ ਉਹਨਾਂ ਦੇ ਪੰਜਾਬ 'ਚ ਕੋਈ ਇੰਟਰਸਟ ਨਹੀਂ ਲੱਗਦਾ। ਬਿਲਕੁਲ ਉਹਨਾਂ ਨੂੰ ਲੋੜ ਹੀ ਨਹੀਂ ਫਿਰ ਪੰਜਾਬ ਦੇ ਜੋ ਹੋਈ ਜਾਣਦੇ ਕੋਈ ਗੱਲ। ਹਾਲਾਤ ਇਹਦੇ ਅੱਜ ਦੀ ਡੇਟ ਦੇ ਵਿੱਚ ਯੂਪੀ ਦੇ ਵਿੱਚ 111 ਸੀਟਾਂ ਦੀ ਚੋਣਾਂ ਰਹਿ ਗਈਆਂ ਨੇ, ਬਾਕੀ ਹੋ ਗਈਆਂ। ਇਹਨਾਂ ਨੇ ਕੱਲ ਮੀਟਿੰਗ ਕਾਲ ਕਰ ਲਈ ਹੈ ਬਕਾਇਦਾ ਤੌਰ ਤੇ ਆਪਣੀ RS ਜਿਹੜੇ ਇਹਨਾਂ ਦੇ ਆਗੂ ਨੇ ਤੇ ਉਹਨਾਂ ਦੇ ਧਰਮਿੰਦਰ ਪ੍ਰਧਾਨ ਜਿਹੜੇ ਸਾਰੇ ਹੈਗੇ ਨੇ, ਸਾਨੂੰ ਕਾਲ ਕਰ ਲਿਆ ਵੀ ਤੁਸੀਂ ਇਹ ਜਿਹੜੇ ਦਿਨ ਰਹਿ ਗਏ ਨਾ ਜੀ, ਹਰ ਹਲਕੇ ਦੇ ਵਿੱਚ 400 ਤੋਂ ਲੈ ਕੇ 500 ਮੀਟਿੰਗਾਂ ਕਰਨੀਆਂ। ਜੇ ਆਪਾਂ ਨੂੰ ਇਹਦੇ ਵਿੱਚੋਂ 70 ਸੀਟਾਂ ਨਹੀਂ ਮਿਲਦੇ ਤੇ ਆਪਣੀ ਸਰਕਾਰ ਨਹੀਂ ਬਣਦੀ ਜੀ। ਜੇ 70-80 ਸੀਟਾਂ ਨਹੀਂ ਮਿਲਦੀਆਂ ਤੇ ਸਰਕਾਰ ਨਾ ਬਣੀ ਤੇ ਫਿਰ ਤੁਹਾਨੂੰ ਪਤਾ ਹੀ ਹੈ ਜੋ ਹਾਲਤ ਹੁੰਦੀ ਹੈ। ਬੜੀ ਚਿੰਤਤ ਆ ਰਹੇ ਸੀ 5 ਗੇੜਾਂ ਦੇ ਵਿੱਚ ਜਿਹੜੀ ਇਹਨਾਂ ਗੱਲ ਸੋਚੀ ਸੀ ਬਕਾਇਦਾ ਤੌਰ ਤੇ ਵੀ ਇਹਨਾਂ ਨੂੰ ਲੜਾਓ ਆਪਸ ਵਿੱਚ ਜੀ, ਬਸਪਾ ਨੂੰ ਤੇ ਸੱਪਾ ਨੂੰ, ਇਹ ਆਪਸ ਵਿੱਚ ਭਿੜੀ ਜਾਣ, ਤੁਸੀਂ ਆਪਣਾ ਨਾਮ ਮਾਰ ਦਈਏ। ਲੇਕਿਨ ਉਹ ਕੰਮ ਉਲਟ ਹੋ ਗਿਆ, ਬਸਪਾ ਤਾਂ ਕੁਝ ਕੀ ਨਹੀਂ ਲੱਭੀ ਜੀ। ਉਹ ਤਾਂ ਛਾਪਲ ਗਈ ਜੀ, ਉਹ ਤਾਂ ਪਤਾ ਹੀ ਨਹੀਂ ਕਿਹੜੇ ਹੈਗੇ ਜਦੋਂ ਦਾ। ਸੱਪਾ ਦਾ ਤੇ ਬੀਜੇਪੀ ਦਾ ਟਕਰਾਅ ਹੋ ਗਿਆ। ਜਿਹੜੇ ਹੁਣ ਤੱਕ ਸਰਵੇ ਆਉਂਦੇ ਉੱਥੇ ਬੀਜੇਪੀ ਬੜੀ ਬੁਰੀ ਤਰ੍ਹਾਂ ਉੱਡੀ ਪਈ ਜੀ। ਚਿੰਤਤ ਨੇ ਇਸ ਵੇਲੇ, ਕਿਉਂ ਅੱਜ ਤੱਕ ਰਿਕਾਰਡ ਆ ਪਿਛਲੇ 30 ਸਾਲ ਦਾ ਕਿ ਜਿਹੜਾ ਵੀ ਯੂਪੀ ਦਾ ਮੁੱਖ ਮੰਤਰੀ ਆਇਆ ਉਹ ਦੁਬਾਰਾ ਮੁੱਖ ਮੰਤਰੀ ਨਹੀਂ ਬਣਿਆ। ਅੱਛਾ ਜੀ। ਤੇ ਜੋਗੀ ਸਾਹਿਬ ਨੇ ਕਿਹਾ ਸੀ ਮੈਂ ਆ ਰਿਹਾ, ਮੈਂ ਆ ਰਿਹਾ ਵਾਂ, ਲੇਕਿਨ ਬਕਾਇਦਾ ਤੌਰ ਤੇ ਪਾਰਟੀ ਨੇ ਉਹਨਾਂ ਨੂੰ ਕਹਿ ਦਿੱਤਾ ਸੀ ਭਾਜੀ ਤੁਸੀਂ ਆਪਣੇ ਹਲਕੇ ਤੱਕ ਸੀਮਿਤ ਹੋ, ਲੋਕ ਤੁਹਾਡੇ ਬਹੁਤ ਖਿਲਾਫ ਨੇ ਜੀ, ਤੁਸੀਂ ਬਲਡੋਜ਼ਰ ਬੜੇ ਚਲਾਏ ਨੇ, ਤੁਸੀਂ ਗੋਲੀਆਂ ਬੜੀਆਂ ਚਲਾਈਆਂ ਨੇ, ਬੰਦੇ ਵੀ ਤੁਸੀਂ ਬੜੇ ਮਾਰੇ ਨੇ। ਬਿਲਕੁਲ। ਅਯੋਧਿਆ ਦੇ ਵਿੱਚ ਬਕਾਇਦਾ ਤੌਰ ਤੇ ਚੋਣ ਲੜਨ ਗਏ ਸੀ ਤੇ ਉੱਥੋਂ ਜਿਹੜੇ ਹੈਗੇ ਸੀ ਪੰਡਿਤ ਸਿੰਘ ਨੇ ਧਾਰਮਿਕ ਗੁਰੂ ਸਿੰਘ ਨੇ ਭਜਾਤਾ ਸੀ, ਜੋ ਕਿ ਚੋਣਾਂ ਜਿਹੜੇ ਬੜੀ ਬੁਰੀ ਤਰ੍ਹਾਂ ਹੋਈਆਂ, ਲੋਕ ਤੁਹਾਡੇ ਬਹੁਤ ਖਿਲਾਫ ਨੇ ਜੀ। ਤੇ ਮੁੜ ਕੇ ਗੋਰਖਪੁਰ ਚਲੇ ਗਈ ਸੀ, ਇਸ ਕਰਕੇ ਹਾਲਾਤ ਮਾੜੇ ਹੋਣ ਕਰਕੇ ਜੇ ਬੀਜੇਪੀ ਦੀ ਉੱਥੇ ਸਰਕਾਰ ਨਾਲ ਬਣੀ ਤੇ ਫਿਰ ਇੱਥੇ ਉਹਨਾਂ ਬਹੁਤਾ ਇੰਟਰਸਟ ਨਹੀਂ ਲੈਣਾ, ਜੇ ਇੱਥੇ ਬਹੁਤਾ ਇੰਟਰਸਟ ਲਿਆ ਤੇ ਫਿਰ ਸਰਕਾਰ ਜਿਹਦੀ ਬਣੂਗੀ। ਭਗਵੰਤ ਮਾਨ ਹੋਰੀ ਕਹਿੰਦੇ ਆਪਾਂ ਅਚਕਨ ਸਵਾਲੀ ਆ ਵਧੀਆ ਜੀ ਇੱਕ ਜੀ, ਤੇ ਆਪਾਂ ਤਾਂ ਸਹੁੰ ਚੁੱਕਣੀਆਂ ਤੇ ਸਾਡੀਆਂ 70 ਤੋਂ ਵੱਧ ਸੀਟਾਂ ਆਉਣਗੀਆਂ। ਤੇ ਜਿਸ ਤਰੀਕੇ ਨਾਲ ਲੋਕਾਂ ਨੂੰ ਪੁੱਛਦੇ ਕਿਹਨੂੰ ਵੋਟ ਪਾਈ ਹੈ, ਕਿਉਂਕਿ ਇਹ ਜਿਹੜਾ ਮਡਿਓਕਰ ਤਬਕਾ ਨਾ, ਮਡਿਓਕਰ ਜੀ, ਉਹਨਾਂ ਨੇ ਬਕਾਇਦਾ ਤੌਰ ਤੇ ਵਾਕਿਆ ਹੀ ਵੋਟ ਜਿਹੜੀ ਆ ਉਹ ਆਮ ਆਦਮੀ ਪਾਰਟੀ ਨੂੰ ਪਾਈ। ਮਡਿਓਕਰ ਤਾਂ ਕੀ ਜੀ, ਗਰੀਬ ਪਰਿਵਾਰਾਂ ਨੇ ਇੱਥੇ ਲੰਬੀ ਤਾਂ ਢੋਲ ਖੜਕਾ ਕੇ ਵੋਟ ਪਾਈ ਹੈ ਜੀ ਆਮ ਆਦਮੀ ਪਾਰਟੀ ਜੀ। ਬਕਾਇਦਾ ਤੌਰ ਤੇ ਜਿਹੜੀ ਵੋਟਾਂ ਪਈਆਂ ਨੇ ਇੱਥੋਂ ਤੱਕ ਤੇ ਮੈਨੂੰ ਤੇ ਇੱਕ ਮੈਂ ਸੁਣ ਲਿਆ ਸੀ, ਕਹਿੰਦੇ ਜੀ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਆ ਉਹ ਜਲਾਲਾਬਾਦ ਵਾਲੀ ਸੀਟ ਖਤਰੇ ਚ, ਉੱਥੇ ਆਮ ਆਦਮੀ ਪਾਰਟੀ ਤੇ ਬੜਾ ਪ੍ਰਭਾਵ ਹੈਗਾ ਗੋਲਡੀ ਕਮੋਜ਼ ਦਾ ਜੀ। ਇਹਦੇ ਬਾਰੇ ਹੁਣ ਕੀ ਆਏ ਤੇ ਸੱਚਾਈ 10 ਤਰੀਕ ਪਤਾ ਲੱਗੇਗੀ, ਲੇਕਿਨ ਇਸ ਵੇਲੇ ਹਾਲਾਤ ਜਿਹੜੇ ਬਾਕੀ ਸਾਰੀਆਂ ਦੇ ਪਾਏ ਆ, ਜੇ ਭਗਵੰਤ ਮਾਨ 70 ਕਹਿੰਦੇ ਤੇ 50 ਤਾਂ ਲੈ ਹੀ ਜਾਣਗੇ ਨੇ। ਬਿਲਕੁਲ ਜੀ। ਇਹ ਤਾਂ ਗੱਲ ਆ ਨਾ ਜੀ, ਦੇਖੋ ਜਿਵੇਂ ਤੁਸੀਂ ਗੱਲਾਂ ਕੀਤੀਆਂ ਸਰਕਾਰ ਦੀਆਂ, ਮੈਨੂੰ ਤਾਂ ਉਹ ਜਿਵੇਂ ਰਾਜੇ ਵੜਿੰਗ ਵਾਲੀ ਗੱਲ ਵੀ ਕਿਤੇ ਨਾ ਕਿਤੇ ਸੱਚੀ ਲੱਗਦੀ ਹੈ। ਉਹ ਕਹਿੰਦਾ ਵੀ ਇਹ ਰਲੇ ਤਾਂ ਵੀ ਆਮ ਆਦਮੀ ਪਾਰਟੀ ਨਾਲ ਵੀ ਰਲ ਗਏ ਅਕਾਲੀ ਦਲ, ਜੇ ਇਹਨਾਂ ਦੀਆਂ ਬੱਸਾਂ ਉੱਥੇ ਜਾ ਸਕਦੀਆਂ ਹੈ ਜੀ, ਤੇ ਫਿਰ ਕਹਿੰਦੇ ਫਿਰ ਇਹ ਵੀ ਹੋ ਸਕਦਾ ਵੀ ਕਿਤੇ ਅਕਾਲੀ ਦਲ ਆਮ ਆਦਮੀ ਪਾਰਟੀ ਨੂੰ ਨਾ ਸਪੋਰਟ ਕਰਦੇ ਬਾਹਰੋਂ ਵੀ ਤੁਸੀਂ ਸਰਕਾਰ ਬਣਾਓ।
ਬਿਲਕੁਲ ਕਰ ਸਕਦਾ ਜੀ। ਜਦੋਂ ਮੈਂ ਕਿਉਂਕਿ- ਕਹਿਤਾ ਜੀ ਸਰਕਾਰ ਦਾ ਹਿੱਸਾ ਬਣਨਾ ਹੀ ਬਣਨਾ, ਜੋ ਮਰਜ਼ੀ ਹੋਵੇ, ਤੇ ਫਿਰ ਨਾ ਸਰਕਾਰ ਦਾ ਹਿੱਸਾ ਹੀ ਬਣ ਸਕਦੇ ਆ ਤੇ ਸਰਕਾਰ ਨੂੰ ਹਾਂਜੀ। ਬਾਹਰੋਂ ਵੀ ਚਲਾ ਸਕਦੇ, ਕਿਉਂਕਿ ਬੱਸਾਂ ਤਾਂ ਫਿਰ ਹਵਾਈ ਅੱਡੇ ਤੇ ਲਾਉਣੀਆਂ ਹੀ ਆ ਨਾ। ਨਹੀਂ, ਹਵਾਈ ਅੱਡੇ ਕੀ ਪੰਜਾਬ ਦੀ ਬੱਸਾਂ ਚਲਾਉਣੀਆਂ ਜਿਹੜੀਆਂ ਰਾਜੇ ਨੇ ਬੰਦ ਕੀਤੀਆਂ ਸੀਗੀਆਂ। ਉਹ ਕਹਿੰਦੇ, ਅੱਜ ਮੈਂ ਅਖਬਾਰ 'ਚ ਖਬਰ ਪੜ੍ਹ ਰਹੀ, ਕਹਿੰਦੇ ਕਰੋੜਾਂ ਰੁਪਈਆ ਦਾ ਫਾਇਦਾ ਹੋਣ ਲੱਗ ਪਿਆ PRTC ਨੂੰ। ਬਿਲਕੁਲ ਹੋ ਸਕਦਾ। ਹਾਂ। ਬਿਲਕੁਲ 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 ਸਰ, ਬਿਲਕੁਲ। ਹਾਂਜੀ। ਹੂੰ। ਸੋ ਇਸ ਕਰਕੇ ਹੁਣ ਦੇਖੋ ਵੀ ਕੀ ਬਣਦਾ ਹੈ। ਤੇ ਸ਼੍ਰੋਮਣੀ ਕਮੇਟੀ ਕਾਂਗਰਸੀ ਚੁੱਪ ਨੇ। ਹਾਂਜੀ, ਗੱਲ ਦੇਖੋ, ਕਾਂਗਰਸੀ ਚੁੱਪ ਨੇ, ਉਹ ਕੋਈ ਗੱਲ ਨਹੀਂ ਕਰਦੇ। ਕਾਂਗਰਸ ਗਏ ਛੱਪੜ। ਦੇਖੋ ਜੀ, ਕਾਂਗਰਸ ਨੇ ਕਿਤੇ ਨਾ ਕਿਤੇ ਭਾਣਾ ਮੰਨੀ ਬੈਠੇ ਆ ਉਹਦਾ। ਉਹਨਾਂ ਨੂੰ ਪਤਾ ਵੀ ਫਜ਼ੂਲ ਬੋਲਣ ਦਾ ਫਾਇਦਾ ਨਹੀਂ। ਜੀ ਜੀ। ਉਹਨਾਂ ਨੂੰ ਇੰਨਾ ਕੁ, ਮੇਰੀ ਕੱਲ ਵੀ ਇੱਕ ਵਿਆਹ ਤੇ ਇਕੱਠੇ ਹੋਏ ਸੀ, MLA 3-4 ਸੀਗੇ, 2 ਕੁ ਮੰਤਰੀ ਵੀ ਸੀ। ਉਹ ਹਰ ਕੋਈ ਮੇਰੀ ਬਾਂਹ ਜੀ, ਤੁਹਾਨੂੰ ਪਤਾ ਹੀ ਮੈਨੂੰ ਮੂੰਹ ਖੁਰਦੀ ਬਿਮਾਰੀ ਹੈ ਥੋੜੀ ਜੀ। ਉਹ ਕਹਿੰਦੇ ਵੀ ਦਾਨੇ ਵਾਲੀਏ, ਜੇ ਗੱਲ ਸਹੀ ਪੁੱਛਣੀ ਤਾਂ ਦਾਨੇ ਵਾਲੀਏ ਨੂੰ ਪੁੱਛ ਲਓ, ਜੇ ਵੇਲ ਕਰਾਉਣੀ ਤਾਂ ਫਿਰ ਹੋਰ ਤੋਂ ਪੁੱਛ ਲਓ। ਉਹ ਇੱਕ ਮੈਨੂੰ ਕਰਨ ਲੱਗ ਪਿਆ ਫੋਨ ਆ ਕੇ ਕੱਲ, ਇੱਕ ਸੱਜਣ ਦਾ, ਕਹਿੰਦਾ ਵੀ ਫਿਰ ਮੈਨੂੰ ਦਿੰਨਾ ਸੀਟ ਕਿ ਕਿਹਨੂੰ ਦਿੰਨਾ। ਮੈਂ ਕਿਹਾ ਬਾਈ, ਮੈਂ ਤੇਰੇ ਇਲਾਕੇ 'ਚ ਆਇਆ ਨਹੀਂ, ਜੇ ਆਇਆ ਹੁੰਦਾ ਤਾਂ ਦੱਸ ਦਿੰਦਾ। ਫਿਰ ਉਹ ਕੱਲ ਵਿਆਹ ਵੇਲੇ ਤੇ ਵਿਆਹ ਤਾਂ ਮੈਨੂੰ ਘੱਟ ਦੇਖਣ ਦਿੱਤਾ, ਕੋਈ ਬਾਂਹ ਫੜ ਕੇ ਇੱਧਰ ਲੈ ਜੇ, ਕੋਈ ਉੱਧਰ ਲੈ ਜੇ। ਤੇ ਫਿਰ ਮੈਂ ਕਹਿ ਹੀ ਦਿੱਤਾ ਵੀ ਤੁਹਾਨੂੰ ਇੰਨੀਆਂ ਕੁ ਸੀਟਾਂ ਆਉਂਦੀਆਂ। ਕਹਿੰਦੇ ਬਾਈ, ਭਾਣਾ ਤਾਂ ਅਸੀਂ ਮੰਨੀ ਬੈਠੇ, ਬਸ ਇੰਨੀ ਤੇਰੇ ਵਾਲਾ ਹਿਸਾਬ ਕਿਤਾਬ ਹੀ ਸਾਨੂੰ ਨਜ਼ਰ ਆਉਂਦਾ। ਫਿਰ ਉਹ ਗੱਲ ਤੁਹਾਡੇ ਜਿਹੜੀ ਅੱਜ ਮੈਂ ਹੁਣ ਲੇਟੈਸਟ ਆ, ਜਿਹੜੀ ਹੁਣ ਨਵੀਂ ਗੱਲ ਮੈਂ ਕੱਢੀ ਆ, ਵੀ ਅਕਾਲੀ ਦਲ ਵੀ ਸਪੋਰਟ ਕਰ ਸਕਦਾ ਹੈ ਨਹੀਂ, ਕਿਉਂਕਿ ਤੁਹਾਨੂੰ ਪਤਾ ਵੀ ਸਰਵਾਈਵਲ ਦੇ ਲਈ ਤਾਂ ਬਹੁਤ ਜ਼ਰੂਰੀ ਹੈ। ਸੁਖਬੀਰ ਸਿੰਘ ਬਾਦਲ ਨੂੰ ਆਪਣਾ ਜਿਹੜਾ ਕਾਰਪੋਰੇਟ ਸਲਤਨਤ ਖੜੀ ਕੀਤੀ, ਉਹ ਵੀ ਬਚਾਉਣੀ ਹੈ, ਗਾ ਪਾਰਟੀ ਦੀ ਪ੍ਰਧਾਨਗੀ ਵੀ ਬਚਾਉਣੀ ਹੈ। ਕਿਉਂਕਿ ਇਸ ਤੋਂ ਬਾਅਦ ਤਾਂ ਤੁਸੀਂ ਵੀ ਸਿਆਣੇ ਹੋ, 2 ਵਾਰੀ ਲਗਾਤਾਰ ਹਾਰ ਜੇ ਕਿਸੇ ਦੀ ਲੀਡਰਸ਼ਿਪ ਦੇ ਉੱਤੇ ਤਾਂ ਕਿੰਤੂ ਪਰੰਤੂ ਖੜਾ ਹੋ ਸਕਦਾ। ਏਡੀ ਗੱਲ ਮੈਨੂੰ ਵੀ ਨਜ਼ਰ ਆਉਂਦੀ ਹੈ। ਦੇਖੋ, ਜੇ ਕਿਤੇ ਆਮ ਆਦਮੀ ਪਾਰਟੀ ਦੀ ਫੁੱਲ ਫਲੇ ਸਰਕਾਰ ਬਣ ਗਈ ਤੇ ਫਿਰ ਮਜੀਠੀ ਦੀਆਂ ਫਾਈਲਾਂ ਖੁਦਰਾਂ ਦੀ ਬਾਹਰ ਹੋਣਗੀਆਂ। ਹਾਂ। ਫਿਰ ਮਜੀਠੀ ਦੀਆਂ ਫਾਈਲਾਂ ਸੌਖੀਆਂ ਨਹੀਂ ਵੀ ਇਹ ਰੱਦ ਹੋ ਜਾਣ, ਖੁਦਰਾਂ ਤੋਂ ਬਾਹਰ ਕੱਢ ਕੇ ਲੱਗਣਾ ਵੀ ਲੱਗਣਾ, ਇਹ ਵੀ ਕੱਢੋ ਯਾਰ, ਇਹ ਵੀ ਕੱਢੋ ਯਾਰ, ਇਹ ਵੀ ਕੱਢੋ ਯਾਰ। ਅੱਛਾ। ਫਿਰ ਹਾਲਤ ਮਾੜੀ ਹੋਏਗੀ। ਤੇ ਜੇ ਅੱਧ ਵਿਚਾਲਾ ਰਹੇਗਾ ਫਿਰ ਸਾਰਾ ਕੁਝ ਹੀ, ਫਿਰ ਸਭ ਕੁਝ ਠੀਕ ਠਾਕ ਹੋ ਜਾਣਾ। ਫਿਰ ਤੇ ਚਿੰਤਾ ਵਾਲੀ ਗੱਲ ਕੋਈ ਨਹੀਂ, ਫਿਰ ਤੇ ਸਭ ਆਪਣੇ ਹੈਗੇ ਜੀ। ਮਜੀਠਾ ਸਾਹਿਬ ਹਾਂਜੀ ਬਿਲਕੁਲ। ਤੁਸੀਂ ਵੀ ਆਪਣੇ ਵਿਚਾਰ ਦਿਓ ਜੀ, ਜਿਹੜੀ ਅਸੀਂ ਗੱਲਬਾਤ ਕਰ ਰਹੇ ਹਾਂ 92 164 10 666 ਤੇ 98 149 10 666, ਇਹਨਾਂ ਦੋਹਾਂ ਦੇ ਉੱਤੇ ਕਾਲਾਂ ਕਰੋ। ਸੋ ਕੀ ਹੋ ਸਕਦਾ, ਕੀ ਨਹੀਂ ਹੋ ਸਕਦਾ, ਚਲੋ ਆਪਾਂ ਵੀ ਗੱਲ ਕਰੀਏ ਇਸ ਮਾਮਲੇ ਤੇ, ਹੈ ਜੀ। ਤੇ ਉਧਰ ਆਮ ਆਦਮੀ ਪਾਰਟੀ ਦੇ ਆਗੂ ਕੁਲਤਾਰ ਸਿੰਘ ਸੰਧਵਾ ਨੇ ਸਖਤ ਸ਼ਬਦਾਂ ਦੇ ਵਿੱਚ ਜਿਹੜੀ ਆ ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਤੇ ਚੁੱਪ ਰਹਿਣ ਦੇ ਉੱਤੇ ਸਵਾਲ ਵਿਵਾਦਿਤ ਕਿਤਾਬਾਂ ਦੇ ਉੱਤੇ ਚੁੱਕੇ ਹੈ। ਤੇ ਸ਼੍ਰੋਮਣੀ ਕਮੇਟੀ ਨੇ ਜਿਹੜੀ ਹੈ ਸਿੱਖ ਇਤਿਹਾਸ ਹਿੰਦੀ ਦੀ ਕਿਤਾਬ ਦਾ ਮੁੜ ਮੁੱਦਾ ਚੁੱਕਣ ਦੀ ਨਿੰਦਾ ਕਰ ਦਿੱਤੀ ਹੈ। ਵੇਖੋ, ਬਦਕਿਸਮਤੀ ਹੈ ਸਾਡੀ ਜੀ। ਸਰਸਾ ਸਾਹਿਬ ਨੇ ਬਲਦੇਵ ਸਿੰਘ ਸਰਸਾ ਦਾ ਜਿਹੜਾ 7 ਫਰਵਰੀ ਦਾ ਮੋਰਚਾ ਲਾਇਆ, ਕੱਲ ਉੱਥੇ ਵੱਡਾ ਇਕੱਠ ਹੋਇਆ, ਬਕਾਇਦਾ ਤੌਰ ਤੇ ਉਸੇ ਪੈਟਰਨ ਤੇ ਕੀਤਾ ਯਾਰ ਜਿਸ ਪੈਟਰਨ ਦੇ ਉੱਤੇ ਜਿਹੜਾ ਕਿਸਾਨੀ ਮੋਰਚਾ ਲਾਇਆ। ਹੁਣ ਉਹਦੇ ਵਿੱਚ ਚੇਅਰਮੈਨ ਸਾਹਿਬ ਕਹਿੰਦੇ ਵੀ ਅਸੀਂ ਕਮੇਟੀ ਬਣਾਈ ਆ, ਉਹਦੀ ਰਿਪੋਰਟ ਆਉਣ ਦੀ, ਰਿਪੋਰਟ ਦੇ ਵਿੱਚ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਹਦੇ ਖਿਲਾਫ ਕਾਰਵਾਈ ਕੀਤੀ ਜੋ। ਜਿਹੜੀ ਪਹਿਲੀ ਕਮੇਟੀ ਦੀ ਗੱਲ ਕੀਤੀ ਜਾਂਦੀ, ਕਹਿੰਦੇ ਜੀ ਨਾ ਪ੍ਰਿੰਟਰ ਦੋਸ਼ੀ ਹੈ ਤੇ ਨਾ ਰਾਈਟਰ ਦੋਸ਼ੀ। ਜੇ ਉਹ ਦੋਸ਼ੀ ਨੇ ਤੇ ਫਿਰ ਕਿਹਦੇ ਖਿਲਾਫ ਕਾਰਵਾਈ ਕਰੋਗੇ ਤੁਸੀਂ? ਆਖਰ ਤੇ ਰਾਈਟਰ ਦੋਸ਼ੀ ਹੈ ਨਾ। ਉਹਦੇ ਵਿੱਚ ਬਕਾਇਦਾ ਤੌਰ ਤੇ ਕੱਲ ਜਿਹੜਾ ਇਕੱਠ ਹੋਇਆ, ਉਸ ਇਕੱਠ ਦੇ ਵਿੱਚ ਬਲਦੇਵ ਸਿੰਘ ਸਿਰਸਾ ਨੇ ਜਿਹੜੀ 1999 ਦੀ ਕਿਤਾਬ ਛਾਪੀ ਸੀ ਸਿੱਖ ਹਿਸਟਰੀ ਦੀ ਹਿੰਦੀ ਦੇ ਵਿੱਚ, ਬਕਾਇਦਾ ਤੌਰ ਤੇ ਬੀਬੀ ਜਕੀਰ ਕੌਰ ਦੀ ਪ੍ਰਧਾਨਗੀ ਸਮੇਂ ਜੀ, ਜਿਹਦੇ ਵਿੱਚ ਗੁਰੂ ਸਾਹਿਬ ਤੇ ਬੜੀਆਂ ਭੱਦੀਆਂ ਟਿੱਪਣੀਆਂ ਕੀਤੀਆਂ ਗਈਆਂ ਸੀਗੀਆਂ। ਉਹਦੇ ਬਾਰੇ ਅੱਜ ਸ਼੍ਰੋਮਣੀ ਕਮੇਟੀ ਨੇ ਫਿਰ ਕਹਿਤਾ ਵੀ ਇਹ ਜਿਹੜਾ ਮੁੱਦਾ ਉਠਾਇਆ ਜਾ ਰਿਹਾ ਵਾ, ਇਹ ਗਲਤ ਮੁੱਦਾ ਉਠਾਇਆ ਜਾ, ਇਹ ਜਾਣਬੁੱਝ ਕੇ ਉਠਾਇਆ ਜਾ ਰਿਹਾ ਵਾ। ਉਹਦੇ ਵਿੱਚ ਨਾ ਤਾਂ ਕੋਈ ਪ੍ਰਧਾਨ ਬੋਲਿਆ ਤੇ ਨਾ ਕੋਈ ਵਾਈਸ ਪ੍ਰਧਾਨ ਬੋਲਿਆ ਤੇ ਨਾ ਕੋਈ ਜਨਰਲ ਸੈਕਟਰੀ ਬੋਲਿਆ ਜੀ। ਇਹ ਬਕਾਇਦਾ ਤੌਰ ਤੇ ਸਾਡੇ ਮਾਨਯੋਗ ਜਿਹੜੇ ਗਰੇਵਾਲ ਸਾਹਿਬ ਮੈਂਬਰ ਨੇ ਜਿਹੜੇ ਲੁਧਿਆਣੇ ਤੋਂ, ਉਹ ਤੇ ਨਾਲ ਉਹਨਾਂ ਦੇ ਬਕਾਇਦਾ ਤੌਰ ਤੇ ਕੋਈ ਗੁਰਬਖਸ਼ ਸਿੰਘ ਨੇ 2 ਮੈਂਬਰ ਨੇ ਬੋਲੇ ਨੇ ਜੀ, ਜਿਨ੍ਹਾਂ ਨੇ ਇੰਨੀ ਗੱਲ ਕਹੀ। ਹੁਣ ਗੱਲ ਸੁਣਨ ਵਾਲੀ ਹੈ ਤੁਹਾਡੇ। ਉਹ ਕਹਿੰਦੇ ਵੀ 1999 ਦੇ ਸਿੱਖ ਇਤਿਹਾਸ ਦੀ ਜਿਹੜੀ ਇੱਕ ਕਿਤਾਬ ਛਪੀ ਸੀਗੀ ਜੀ, ਇਹਦੀ ਸੱਚਾਈ ਇਹ ਆ ਕਿ ਵੀ ਸ਼੍ਰੋਮਣੀ ਕਮੇਟੀ ਵੱਲੋਂ ਇਹ ਕਿਤਾਬ ਵਾਪਸ ਲੈ ਗਈ। ਤੇ ਜਿਹੜੇ ਸਾਡੇ ਐਡਵੋਕੇਟ ਜਿੰਦਰ ਸਿੰਘ ਧਾਮੀਆ, ਉਹਨਾਂ ਦੇ ਨਿਰਦੇਸ਼ਾਂ ਤੇ ਇੱਕ ਕੇਸ ਵਾਚਿਆ ਗਿਆ ਵਾ। ਤੇ ਉਹਨਾਂ ਆਖਿਆ ਤੇ ਉਹਨਾਂ ਨੇ ਕਿਹਾ ਵੀ ਵਾਕਿਆ ਹੀ ਕਿਤਾਬ ਵਾਪਸ ਲੈ ਗਈ ਹੈ ਤੇ ਜੇ ਕੁਝ ਇਤਰਾਜ਼ਯੋਗ ਤੱਥ ਹੈਗੇ ਜੀ,
ਸੰਗਤਾਂ ਦੇ ਇਤਰਾਜ਼ ਆਉਣ ਤੋਂ ਬਾਅਦ ਤੇ ਮੁਕੰਮਲ ਪਾਬੰਦੀ ਲਾ ਦਿੱਤੀ ਗਈ ਸੀ। ਅਗਲੀ ਗੱਲ ਕੀ ਕਹਿੰਦੇ ਆ ਜੀ? ਉਹ ਕਹਿੰਦੇ ਆ ਵੀ 23 ਨਵੰਬਰ 2007 ਨੂੰ ਜਿਹੜਾ ਜਨਰਲ ਇਜਲਾਸ ਹੋਇਆ ਸੀ ਉਹਦੇ ਚ ਮਤਾ ਪਾ ਕੇ ਇੱਕ ਕਿਤਾਬ ਤੇ ਪਾਬੰਦੀ ਲਗਾਈ ਗਈ ਸੀ ਤੇ ਕਾਪੀਆਂ ਵਾਪਸ ਲੈ ਲਈਆਂ ਗਈਆਂ। ਹੁਣ ਸਭ ਤੋਂ ਵੱਡੀ ਗੱਲ ਜਿਹੜੀ ਆ ਆਪਣੇ ਪੈਰ ਤੇ ਆਪ ਘਰ ਮਾਰ ਲੈਂਦੇ ਭਈ ਜਾਂ ਤਾਂ ਤੁਸੀਂ ਨਾ ਕੈਮੀਕਲ ਨਾ ਕਹੋ। ਕੀ ਕਹਿੰਦੇ ਹੋ? ਕਹਿੰਦੇ ਜਿਹੜੀ ਦਾ ਹਿਸਟਰੀ ਆਫ ਸਿੱਖਸ ਆ ਜੀ, ਇਹ ਜਿਹੜੀ ਕਨਿੰਗਮ ਜਿਹੜੀ ਪੁਸਤਕ ਲਿਖੀ ਸੀ ਉਹਦਾ ਹਿੰਦੀ ਅਨੁਵਾਦ ਆ। ਤੇ ਬੰਦਾ ਪੁੱਛੇ ਵੀ ਸ਼੍ਰੋਮਣੀ ਕਮੇਟੀ ਸੁੱਤੀ ਰਹੀ ਹੈ? ਦੱਸੋ। ਜਦੋਂ ਜਿਹੜੀ ਕਨਿੰਗਮ ਨੇ ਕਦੋਂ ਦੀ ਕਿਤਾਬ ਲਿਖੀ ਅੰਗਰੇਜ਼ੀ ਦੇ ਵਿੱਚ ਸੁੱਤੇ ਰਹੇ ਹੋ ਤੁਸੀਂ? ਆਦੇ ਵਿਦਵਾਨ ਰੱਖੇ ਤੁਸੀਂ ਆਪਣੀ? ਹਾਂ, ਬਿਲਕੁਲ ਸਿਆਣੀ ਗੱਲ ਹੈ। ਉਹ ਕਹਿੰਦੇ ਜੀ ਉਹਦਾ ਅਨੁਵਾਦ ਤੁਸੀਂ ਆਪ ਹੀ ਕਹਿਤਾ ਵੀ ਇਸ ਤੋਂ ਪਹਿਲਾਂ ਵੀ ਕਿਸੇ ਗਲਤੀ ਕੀਤੀ ਹੈ, ਲੇਕਿਨ ਸ਼੍ਰੋਮਣੀ ਕਮੇਟੀ ਦੇ ਸਾਡੇ ਜਿਹੜੇ ਧਾਰਮਿਕ ਅਦਾਰੇ ਸੁੱਤੇ ਰਹੇ, ਜਿਹਦੇ ਸੁੱਤੇ ਰਹੇ ਤੇ ਵੀ ਸੁੱਤੇ ਰਹੇ। ਉਹ ਕਹਿੰਦੇ ਜੀ ਜਦੋਂ ਖਾਲਸਾ ਸਾਜਣਾ ਦੇ 300 ਸਾਲਾ ਮਨਾਈ ਗਈ 300 ਕਿਤਾਬਾਂ ਛਪਾਈਆਂ ਗਈਆਂ ਸੀ, ਇਤਰਾਜ਼ ਆਉਣ ਤੇ ਪਾਬੰਦੀ ਲਗਾ ਦਿੱਤੀ ਗਈ ਸੀ ਜੀ। ਇਹਦੇ ਵਿੱਚ ਕਹਿੰਦੇ ਜੀ 24 ਅਕਤੂਬਰ 2010 ਤੇ ਫਿਰ 11 ਅਕਤੂਬਰ 2018 ਨੂੰ ਅਖਬਾਰਾਂ 'ਚ ਬਕਾਇਦਾ ਤੌਰ ਇਸ਼ਤਿਹਾਰ ਛਪਾਏ ਗਏ। ਅੱਛਾ ਜੀ। ਕਿ ਇਹ ਕਿਤਾਬ ਤੇ ਪਾਬੰਦੀ ਲਾਈ ਜਾਂਦੀ ਹੈ ਤੇ ਕਿਤਾਬ ਵਾਪਸ ਲਈ ਜਾਂਦੀ ਹੈ। ਹੁਣ ਕੀ ਕਹਿੰਦੇ ਆ ਜੀ? ਕਹਿੰਦੇ ਵੀ ਇਸ ਕਿਤਾਬ ਨੂੰ ਲੈ ਕੇ ਬਕਾਇਦਾ ਤੌਰ ਤੇ ਬਲਦੇਵ ਸਿੰਘ ਸਿਰਸਾ ਜੀ, ਜਿਹੜੇ ਆਪਣੇ ਕਿਸਾਨ ਆਗੂ ਨੇ, ਉਹ ਬਕਾਇਦਾ ਤੌਰ ਤੇ 2007 ਵਿੱਚ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ 'ਚ ਗਏ ਜੀ। ਉੱਥੇ ਉਹਨਾਂ ਕੇਸ ਪਾਇਆ ਤੇ 2013 ਵਿੱਚ ਉਸ ਅਦਾਲਤ ਤੇ ਇਹ ਕੇਸ ਰੱਦ ਕਰ ਦਿੱਤਾ। ਅੱਛਾ ਜੀ। ਤੇ ਕਹਿੰਦੇ ਵੀ ਜਿਹੜੀ ਸ਼੍ਰੋਮਣੀ ਕਮੇਟੀ ਦਾ ਜਨਰਲ ਹਾਊਸ ਉਹ ਬਿਲਕੁਲ ਸੁਪਰੀਮ ਹੁੰਦਾ ਵਾ। ਉਹਨੇ ਜਨਤਕ ਤੌਰ ਤੇ ਗਲਤੀ ਪ੍ਰਵਾਨ ਕਰ ਲਈ ਤੇ ਕਿਤਾਬ ਨੂੰ ਰੱਦ ਕਰ ਦਿੱਤਾ ਗਿਆ ਤੇ ਹੁਣ ਮਾਮਲਾ ਬਿਲਕੁਲ ਨਹੀਂ, ਇਹ ਜਾਣ ਬੁੱਝ ਕੇ ਮਾਮਲਾ ਉੱਥੇ ਉਛਾਲਿਆ ਜਾ ਰਿਹਾ ਵਾ। ਅੱਛਾ ਜੀ। ਅਸੀਂ ਸਰਦਾਰ ਗੁਰਚਰਨ ਸਿੰਘ ਤੇ ਸਰਦਾਰ ਗੁਰਬਖਸ਼ ਨੂੰ ਇੱਕ ਬੇਨਤੀ ਕਰਦੇ ਜੀ, ਉਹਨਾਂ ਮਾਮਲਾ ਨਹੀਂ ਉਛਾਲਿਆ, ਉਹਨਾਂ ਨੂੰ ਲੋਕਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਇਹਨਾਂ ਕਿਤਾਬਾਂ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਵੀ ਇਹ ਕਿਤਾਬ ਛਪਾ ਚੁੱਕੀ ਹੈ। ਹਾਂ। ਜਿਹੜੀ ਕਹਿ ਰਹੀ ਅਸੀਂ ਵਾਪਸ ਲੈ ਲਈ ਆ ਜੀ। ਤੇ ਬੀਬੀ ਜਗੀਰ ਕੌਰ ਨੂੰ ਜਦੋਂ ਪੁੱਛਿਆ ਸੀ ਪੱਤਰਕਾਰ ਨੇ, ਬੀਬੀ ਜੀ ਸਾਰੀਆਂ ਕਿਤਾਬਾਂ ਵਾਪਸ ਆ ਗਈਆਂ ਨੇ? ਕਹਿੰਦੀ ਕੋਈ ਰਹਿ ਗਈ ਹੋਗੀ ਕਦੀ, ਇੱਕ ਅੱਧੀ ਤੇ ਪੰਗਾ ਪਾਉਣਾ ਮੁੜ ਕੇ ਆਉਣ ਵਾਲੇ ਸਮੇਂ ਦੇ ਵਿੱਚ ਜੀ। ਇਸ ਕਰਕੇ ਇਹਨਾਂ ਨੇ ਸਗੋਂ ਉਹਦੀ ਜਿਹੜੀ ਸਹਿਯੋਗ ਕਰਨ ਦੀ ਬਜਾਏ ਜੋ ਕੁਝ ਗਲਤ ਲਿਖਿਆ ਗਿਆ ਵਾ, ਜਿਹੜੀਆਂ ਕਿਤਾਬਾਂ ਛਪੀਆਂ ਨੇ ਉੱਥੇ +2 ਦੀਆਂ, ਉਹਦੀ ਸਪੋਰਟ ਕਰਨ ਦੀ ਬਜਾਏ ਬਕਾਇਦਾ ਤੌਰ ਤੇ ਸ਼੍ਰੋਮਣੀ ਕਮੇਟੀ ਉਹਦਾ ਵਿਰੋਧ ਕਰ ਰਹੀ ਸਗੋਂ। ਕਿਉਂ ਕਰ ਰਹੀ ਹੈ? 1999 ਤੋਂ ਇਹ ਪ੍ਰਕਿਰਿਆ ਚੱਲਦੀ ਆ ਰਹੀ ਹੈ। ਕਿਤਾਬਾਂ ਛਾਪੀਆਂ ਜਾ ਰਹੀਆਂ ਨੇ, ਬਾਰ-ਬਾਰ ਲਾਈਆਂ ਜਾ ਰਹੀਆਂ ਨੇ, ਪੜ੍ਹਾਈਆਂ ਜਾ ਰਹੀਆਂ ਨੇ, ਕਿਸੇ ਨੇ ਨਹੀਂ ਵੇਖਿਆ ਵੀ ਕਿਤਾਬਾਂ ਕੀ ਹੈ। ਬਸ ਵੇਖਿਆ ਹੋਊਗਾ ਤਾਂ ਜਾਣ ਕੇ ਚੁੱਪ ਕਰ ਜਾਂਦੇ ਜੀ। ਮੈਂ ਤੇ ਇਹ ਵੀ ਗੱਲ ਕਹੂੰ ਵੀ ਇਹਦੇ ਵਿੱਚ ਸਾਡੇ ਟੀਚਰ ਜਿਹੜੇ ਹੈਗੇ ਨੇ ਉਹਨਾਂ ਨੂੰ ਥੋੜਾ ਜਿਹਾ ਆਪਣੀ ਪੀੜ੍ਹੀ ਤੇ ਸੁੱਟਾ ਫਿਰਨਾ ਚਾਹੀਦਾ, ਜਿਹਨਾਂ ਨੂੰ ਇਤਿਹਾਸ ਬਾਰੇ ਨੌਲੇਜ ਉਹਨਾਂ ਪੜ੍ਹਿਆ ਨਹੀਂ ਹੈ। ਤੇ ਜੇ ਕਿਤਾਬਾਂ ਤੈਅ ਲਾ ਦਿੱਤੀਆਂ ਤਾਂ ਵੱਖਰੀ ਗੱਲ, ਫਿਰ ਤੇ ਗੱਲ ਲੋੜ ਨਹੀਂ ਕੋਈ ਵੇਖਣ ਦੀ। ਜੀ। ਇਸ ਕਰਕੇ ਜੇ ਹੁਣ ਮਾਮਲਾ ਸਾਹਮਣੇ ਆਇਆ ਤੇ ਬਕਾਇਦਾ ਤੌਰ ਤੇ ਉਹ ਜਿਹੜੇ ਬੈਠੇ ਨੇ ਉਹ ਮੰਗ ਕਰ ਰਹੇ ਨੇ, ਭਾਈ ਇਹ ਜਿਹੜੇ ਪ੍ਰਿੰਟਰ ਨੇ, ਪ੍ਰਿੰਟਰ ਨੂੰ ਛੱਡ ਦਿਓ, ਉਹਨੂੰ ਛਾਪਤਾ। ਜਿਹੜਾ ਰਾਈਟਰ ਆ ਤੇ ਜਿਹੜੀਆਂ ਬਾਕੀ ਕਮੇਟੀਆਂ ਬਣੀ, ਕਈ ਕਮੇਟੀਆਂ ਬਣੀਆਂ ਹੋਣਗੀਆਂ, ਲਿਖਣ ਵਾਲੀ ਬਣੀ ਹੋਊਗੀ, ਮੁੜ ਕੇ ਐਡਿਟ ਕਰਨ ਵਾਲੀ ਬਣੀ ਹੋਊਗੀ, ਮੁੜ ਕੇ ਲਾਉਣ ਵਾਲੀ ਬਣੀ, ਕਈ ਕਮੇਟੀਆਂ ਬਣੀਆਂ ਹੋਣਗੀਆਂ। ਕਿਸੇ ਕਮੇਟੀ ਦੀ ਜ਼ਮੀਰ ਨਹੀਂ ਜਾਗੀ ਵੀ ਗੁਰੂ ਸਾਹਿਬ ਬਾਰੇ ਗਲਤ ਕਿਉਂ ਲਿਖਿਆ। ਬਿਲਕੁਲ। ਹੁਣ ਜਿਹੜੇ ਪ੍ਰਗਟ ਸਿੰਘ ਹੋਰੀ ਸਾਡੇ ਮੰਤਰੀ ਨੇ, ਸਿੱਖਿਆ ਮੰਤਰੀ, ਉਹ ਕਹਿੰਦੇ ਜੀ ਅਸੀਂ ਕਮੇਟੀ ਬਣਾਈ ਆ, ਉਹ ਕਮੇਟੀ ਦੀ 5 ਤੱਕ ਰਿਪੋਰਟ ਆ ਜਾਏਗੀ, 5 ਮਾਰਚ ਤੱਕ ਜੀ, ਤੇ ਲੋੜੀਂਦੀ ਕਾਰਵਾਈ ਅਗਲੀ ਕੀਤੀ ਜਾਊਗੀ। ਲੇਕਿਨ ਉਹ ਬੈਠੇ ਨੇ ਵੀ ਜਿੰਨਾ ਚਿਰ ਉਹਨਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਗ੍ਰਿਫਤਾਰੀਆਂ ਨਹੀਂ ਹੁੰਦੀਆਂ ਉਹਨਾਂ ਚਿਰ ਅਸੀਂ ਇੱਥੋਂ ਉੱਠਾਂਗੇ ਨਹੀਂ। ਤੇ ਚਾਹੀਦਾ ਵੀ ਇਸੇ ਤਰ੍ਹਾਂ ਭਾਈ ਜੇ ਤੁਹਾਡੀ ਕਿਸੇ ਜ਼ਮੀਨ ਦੀ ਜਾਗੀ, ਜੇ ਕਿਸੇ ਜਾਗੀ ਤਾਂ ਸਾਥ ਦਿਓ ਜੀ। ਸਾਡੇ ਨਾਲ ਸਰਪੰਚ ਸਾਹਿਬ ਨੇ ਜੀ ਰੱਤੇ ਖੇੜੇ ਤੋਂ, ਕਮਲਜੀਤ ਜੀ। ਸਤਿ ਸ਼੍ਰੀ ਅਕਾਲ ਜੀ ਸਰਪੰਚ ਸਾਹਿਬ। ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਆ ਤਾਂ ਚਲੋ ਜਿਹੜੀ ਸ਼੍ਰੋਮਣੀ ਕਮੇਟੀ ਵਾਲੀ ਬੜੀ ਸੋਹਣੀ ਤੁਸੀਂ ਸੁਣਾਈ ਹੈ ਜੀ, ਸੁਣੀ ਹੈ। ਤੋਂ ਪਹਿਲਾਂ ਜਿਹੜੀ ਸਿਆਸੀ ਗੱਲ ਚੱਲਦੀ ਸੀ, ਮੈਂ ਤਾਂ ਉਹਦੇ 'ਚ ਥੋੜਾ ਜਿਹਾ ਇੰਟਰਸਟ ਸੀਗਾ ਜੀ। ਦੱਸੋ ਜੀ। ਵੀ ਪਿਛਲੀ ਵਾਰੀ ਜਿਵੇਂ ਸੀ ਨਾ ਜੀ ਸੰਜੇ ਸਿੰਘ ਤੇ ਦੁਰਗੇਸ਼ ਪਾਠਕ, ਤੇ ਐਤਕੀ ਇਕੱਲਾ ਰਾਘਵ ਚੱਡਾ ਸੀਗਾ। ਤੇ ਜਿਹੜਾ ਇੱਥੇ ਬੜਾ ਰੌਲਾ ਪਿਆ ਸਾਡੀ ਸੀਟ ਤੋਂ ਨਾ ਜੀ, ਜਿਹੜਾ ਬੰਦਾ ਆਸ਼ੂ ਬਾਂਗਰ ਆਪਦੀ ਸੀਟ ਛੱਡ ਗਿਆ ਸੀ ਤੇ ਕਾਂਗਰਸ 'ਚ ਆ ਗਿਆ ਸੀ, ਤੇ ਉਹ ਪਰਸੋਂ ਆਇਆ ਸੀ ਇੱਥੇ ਮੇਰੇ ਕੋਲ ਬੈਠਾ ਰਿਹਾ ਜੀ, 2 ਘੰਟੇ ਰਿਹਾ।
ਉਹਨੇ ਆਪਦੀ ਸਟੋਰੀ ਸੁਣਾਈ, ਕਹਿੰਦਾ ਜੀ ਇੰਨਾ ਬੁਰਾ ਹਾਲ ਹੈ ਇਸ ਪਾਰਟੀ ਦੇ ਵਿੱਚ ਵੀ ਕੁੱਤੇ ਦੇ ਵੀ ਆਪਾਂ ਆਈਏ ਤਾਂ ਕਦਰ ਕਰਦਾ ਜਿਹੜਾ ਇਹ ਸਾਡਾ ਇਹਨਾਂ ਨੇ ਬੁਰਾ ਹਾਲ ਕੀਤਾ। ਕਹਿੰਦਾ ਕੁੱਤੇ ਨੂੰ ਵਿਚਕਾਰ ਕੇ ਬਾ ਦਿੰਦੇ ਆ, ਇਹ ਤਾਂ ਕਹਿੰਦਾ ਉਦੋਂ ਵੀ ਮਾੜਾ ਹੈ, ਐਡੀ ਮਾੜੀ ਪਾਰਟੀ ਆ। ਕਹਿੰਦਾ ਮੈਥੋਂ 30 ਲੱਖ ਰੁਪਈਆ ਲੈ ਲਿਆ ਜੀ, ਔਰ ਫਿਰ ਮੈਥੋਂ ਕਹਿੰਦਾ ਹੋਰ ਮੰਗਦੇ ਸੀਗੇ ਤੇ ਔਰ ਸਾਨੂੰ ਜਲੀਲ ਕੀਤਾ ਇਹਨਾਂ ਨੇ, ਇੰਨੇ ਪੋਸਟਰ ਲਾਓ। ਕਹਿੰਦਾ ਮੈਂ ਤਾਂ ਸ਼ੁਕਰ ਕਰੋ ਤੁਸੀਂ ਵੀ ਮੈਂ ਜਿੱਤਾਂ ਹਾਰਾਂ ਉਹ ਕੋਈ ਗੱਲ ਨਹੀਂ, ਪਰ ਮੈਂ ਇਸ ਪਾਰਟੀ ਚੋਂ ਨਿਕਲ ਗਿਆ ਨਹੀਂ। ਮੇਰੀ ਪੋਜੀਸ਼ਨ ਤਾਂ ਇਹ ਹੋ ਗਈ ਸੀ ਵੀ ਖੁਦਕੁਸ਼ੀ ਕਰ ਜਾ। ਅੱਛਾ ਜੀ, ਇੰਨਾ ਤੰਗ ਕੀਤਾ ਤੇ ਔਰ ਆਲੇ ਨਾਲ ਸੀ ਜੀ ਕੱਲਾ ਹੀ ਇਹ ਜਿਹੜਾ ਐਤਕੀ ਨੂੰ ਦਿੱਤੀ ਹੈ ਰਾਘਵ ਚੱਡਾ। ਔਰ ਉਹ ਸੁਣ ਵੀ ਲਈ ਹੋਣੀ ਤੁਸੀਂ ਵੀ, ਉਹ ਰਿਸ਼ਤੇਦਾਰੀ ਵੀ ਉਹਦੇ ਜਵਾਈ ਦਾ ਜਾਂ ਬੇਟੀ ਦਾ ਰਿਸ਼ਤਾ ਵੀ ਸ਼ਾਇਦ ਉਹਦੇ ਨਾਲੇ ਕਰੀ ਬੈਠੇ ਕੇਜਰੀਵਾਲ। ਉਹ ਤਾਂ ਪਤਾ ਨਹੀਂ ਜੀ, ਐਵੇਂ ਆਖੀਏ ਉਹ ਤਾਂ ਚਲੋ ਚੱਲਦੀ ਅਫਵਾਹ ਜੋ ਵੀ ਹੈ। ਬਾਕੀ ਧੰਨਵਾਦ ਸਾਹਿਬ, ਤਕਰੀਬਨ 40 ਸੀਟਾਂ ਇਹਨਾਂ ਨੇ ਉਹ ਬੰਦਿਆਂ ਨੂੰ ਦਿੱਤੀਆਂ ਵੀ ਜਿਹੜੇ ਪਾਰਟੀਆਂ ਬਦਲ ਕੇ ਗਏ। ਤੇ ਅੱਗੇ ਇਹਨਾਂ ਨੇ ਨਵੇਂ ਬੰਦਿਆਂ ਨੂੰ 20 ਇਹਨਾਂ ਦੇ ਜਿੱਤ ਗਏ ਸੀਗੇ, 20 ਜਾਂ 21, ਤੇ ਉਹਨਾਂ ਚੋਂ ਅੱਧੇ ਤਾਂ ਛੱਡ ਗਏ ਜਾਂ ਬਦਲ ਗਏ। ਤੇ ਇਹ ਜਿਹੜੇ ਹੁਣ 40 ਦੂਜੀਆਂ ਪਾਰਟੀਆਂ ਚੋਂ ਲੈ ਕੇ ਇਹਨਾਂ ਨੇ ਲੜਾਏ ਆ ਜੀ, ਤੇ ਸੌਦੇਬਾਜ਼ੀ ਕਿਵੇਂ ਨਾ ਹੋਊਗੀ? ਇਹ ਤਾਂ ਹੁਣੇ ਸੌਦੇਬਾਜ਼ੀਆਂ। ਪਰ ਇੱਕ ਚੀਜ਼ ਹੈ ਜੀ, ਮੈਨੂੰ ਫਿਰ ਗੱਲ ਮੈਂ ਢਿੱਲੋਂ ਸਾਹਿਬ ਨਾਲ ਕੱਲ ਵੀ ਕੀਤੀ ਸੀਗੀ, ਤੁਸੀਂ ਵੀ ਸੁਣੀ ਹੋਣੀ ਹੈ। ਫਿਰ ਜੇ ਸੌਦੇਬਾਜ਼ੀ ਹੋ ਗਈ ਪਿੰਡਾਂ 'ਚ ਤਾਂ ਨਹੀਂ ਵੜਨ ਦਿੰਦੇ ਐਮਐਲਏ ਨੂੰ, ਨਹੀਂ ਵੜਨ ਦਿੰਦੇ ਜੀ, ਬਿਲਕੁਲ। ਇਹ ਤਾਂ ਸੋਚ ਲੈਣ। ਪਰ ਇਹ ਸਰਕਾਰ ਬਣਾਉਣ ਵਾਸਤੇ ਨਾ ਜੀ, ਜਿਵੇਂ ਪਿਛਲੀ ਵਾਰੀ ਤੁਹਾਨੂੰ ਯਾਦ ਹੀ ਹੋਣਾ ਵੀ ਬੀਜੇਪੀ ਨਾਲ ਅਕਾਲੀ ਦਲ ਦਾ ਜਦੋਂ 2012 ਤੋਂ 17 ਅਲਾਇੰਸ ਸੀ, ਇਹਨਾਂ ਨੇ ਹੌਲੀ ਹੌਲੀ ਬੀਜੇਪੀ ਵਾਲੇ ਐਮਐਲਏ ਆਪਦੇ ਨਾਲ ਹੀ ਰਲਾ ਲਏ ਸੀ ਕਿੰਨੇ। ਤੇ ਜੇ ਤਾਂ ਪੈ ਗਿਆ ਵਾਹ ਇਹਨਾਂ ਦਾ ਸੁਖਵੀਰ ਹੋਣਾ ਨਾਲ, ਫਿਰ ਤਾਂ ਇਹਨਾਂ ਨੂੰ ਵਿਖਾ ਦੇਣਗੇ ਜੀ ਐਨ ਪੰਜੀ ਵਾਲਾ ਭੌਣ। ਜੇ ਨਰੋਲ ਸਰਕਾਰ ਬਣਾਉਣੀ ਤਾਂ ਹੁਣ ਪਤਾ ਨਹੀਂ ਜੀ, ਲੱਗਦਾ ਅੱਜ ਦੀ ਪੋਜੀਸ਼ਨ ਜੋ ਲੱਗਦੀ ਹੈ ਜੀ, ਇਹ ਬਰਾਬਰ ਜੇ ਤੇ ਖੜੇ ਆ ਕਾਂਗਰਸ ਤੇ ਆਪ। ਬਿਲਕੁਲ ਤੁਹਾਡੀ ਗੱਲ ਲਗਭਗ ਜੇ ਸਹੀ ਆ, 35-40 2 4 5 ਸੀਟਾਂ ਦਾ ਵਾਧਾ ਨਜ਼ਰ ਆ ਰਿਹਾ ਆਮ ਆਦਮੀ ਪਾਰਟੀ ਨੂੰ। ਅਕਾਲੀ ਦਲ ਦੀਆਂ 20-25 ਜਿਵੇਂ ਤੁਸੀਂ ਦੱਸਦੇ ਹੋ ਜੀ, ਤੇ 10 ਤੋਂ ਥੱਲੇ ਬੀਜੇਪੀ ਜੀ। ਅੱਜ ਦੀ ਤਰੀਕ ਤਾਂ ਲੱਗਦਾ ਤੇ ਇਹ ਹੈ ਜੀ, ਹੋਊਗੀ ਤਾਂ ਅਲਾਇੰਸ ਹੀ। ਨਹੀਂ ਸਰਕਾਰ ਬਣ ਜਾਂਦੀ ਜੇ ਕਿਸਾਨ ਮੋਰਚੇ ਨਾਲ ਸਹੀ ਇਹਨਾਂ ਦਾ ਹੋ ਜਾਂਦਾ ਨਾ ਜੀ ਸੈਟਿੰਗ, ਫਿਰ ਇਹ ਆਪਦੀ ਨਰੋਲ ਸਰਕਾਰ ਬਣ ਜਾਣੀ ਸੀ। ਜੀ ਕੁਛ ਉਹ ਦੀਪ ਸਿੱਧੂ ਵਾਲਾ ਮੈਟਰ ਵੀ ਅਸਰ ਕਰ ਗਿਆ ਇਹਨਾਂ ਤੇ, ਉਹ ਬੜਾ ਮੈਨੂਪੂਲੇਟਡ ਹਿਸਾਬ ਦੇ ਨਾਲ ਇਹਨਾਂ ਦਾ ਨੁਕਸਾਨ ਹੋਇਆ। ਹਾਂਜੀ ਚਲੋ ਉਹ ਤਾਂ ਮੈਨੂੰ ਤਾਂ ਮੈਂ ਤਾਂ ਉਹ ਬੜੀ ਫਰੈਂਕ ਜੀ ਗੱਲ ਕਰਦਾ ਵੀ ਉਸ ਬੰਦੇ ਨੇ ਵੇਖੋ, ਉਹ ਆਪਦੇ ਆਪ ਨੂੰ ਸਿੰਘ ਨਹੀਂ ਕਹਾਉਂਦਾ, ਦੀਪ ਸਿੱਧੂ ਹੀ ਕਹਿੰਦਾ ਜੀ। ਕਿਸਾਨੀ ਮੋਰਚੇ ਨੂੰ ਤਾਰਪੀਡੋ ਕਰਨ ਚ ਦਿੱਲੀ ਵਾਲਾ, ਤੁਸੀਂ ਦੱਸੋ ਵੀ ਉਹਦਾ ਕੋਈ ਰੋਲ ਕੋਈ ਕੰਮ ਦਾ ਸੀ? ਕੀ ਉਹਦੀ ਸਿੱਖੀ ਨੂੰ ਕੁਰਬਾਨ ਦੇਣਾ? ਉਹਦੇ ਬਾਪ ਬਾਰੇ ਤੁਸੀਂ ਅੱਗੇ ਸਟੋਰੀ ਕਰ ਹੀ ਹਟੇ ਹੋ ਜੀ ਤੁਸੀਂ ਤੇ ਢਿੱਲੋਂ ਸਾਹਿਬ। ਚਲੋ ਇਹਦੇ ਚ ਆਏ ਹੁੰਦਾ ਜੀ ਆਪਣੇ ਸੰਧੂ ਸਾਹਿਬ, ਮੈਨੂੰ ਇੱਕ ਅਫਸੋਸ ਤੇ ਬੋਲਣ ਦਾ ਮੌਕਾ ਮਿਲਿਆ ਤੇ ਉੱਥੇ ਗੱਲਾਂ ਮੈਂ 2 ਕੀਤੀਆਂ। ਮੈਂ ਕਿਹਾ ਵੀ ਦੇਖੋ, ਲੋਕ ਕਹਿੰਦੇ ਆ ਵੀ ਬੰਦਾ ਖਾਲੀ ਹੱਥ ਆਇਆ ਸੀ ਤੇ ਖਾਲੀ ਹੱਥ ਚਲਾ ਗਿਆ। ਮੈਂ ਕਿਹਾ ਇਹ ਗਲਤ ਗੱਲ ਹੈ। ਬੰਦਾ ਆਪਣੇ ਨਾਲ ਬੁਰਾਈਆਂ ਜਿਹੜੀਆਂ ਉਹ ਲੈ ਜਾਂਦਾ ਹੈ। ਬਿਲਕੁਲ। ਫਿਰ ਉਹ ਜਿਹੜੀਆਂ ਬੁਰਾਈਆਂ ਉਹਦੇ ਜਾਣ ਮਗਰੋਂ ਡਿਸਕਸ ਇਤਿਹਾਸ ਦੇ ਵਿੱਚ ਤਾਂ ਆਪਾਂ ਕਰ ਸਕਦੇ ਹਾਂ ਵੀ ਕੀ ਉਹਨੇ ਕੀ ਕੀਤਾ, ਪਰ ਉਹ ਜਿਹੜੀਆਂ ਹੁਣ ਡਿਸਕਸ ਕਰਦੇ ਤਾਂ ਸਮਝ ਲਓ ਚਲਾ ਗਿਆ ਤੇ ਉਹਦੀਆਂ ਬੁਰਾਈਆਂ ਵੀ ਚਲ ਗਈਆਂ, ਪਰ ਉਹਦੀਆਂ ਬੁਰਾਈਆਂ ਤੋਂ ਸਿੱਖ ਲਓ। ਅਫਸੋਸ ਹੈ ਜਵਾਨ ਉਮਰ ਚ ਗਿਆ ਜੀ, ਪਰ ਗਿਆ ਜਿਹੜੇ ਹਾਲਾਤ ਚ ਉਸ ਬਾਰੇ ਤਾਂ ਚੇਤਾ ਬਿਲਕੁਲ ਉਹ ਬੜਾ ਉਸ ਚ ਇਸੇ ਗੱਲ ਤੇ ਵੀ ਕਿਹੜੇ ਹਾਲਾਤਾਂ 'ਚ ਗਿਆ ਉਹਦੇ ਉੱਤੇ ਕੋਈ ਡਿਸਕਸ ਕਰਨ ਨੂੰ ਤਿਆਰ ਨਹੀਂ। ਜਿਵੇਂ ਮਹਾਰਾਜ ਸਾਹਿਬ ਦੀ ਰੂਸਾ ਵਾਲੀ ਸਟੋਰੀ ਲੋਕ ਭੁੱਲੀ ਰੱਖੀ, ਕੋਈ ਧਿਆਨ ਹੀ ਨਹੀਂ ਸੀ ਕਿਸੇ ਦਾ। ਉਹ ਗੱਲ ਹੈ ਵੀ ਉਹ ਕਿਹੜੇ ਹਾਲਾਤ ਚ ਗਿਆ, ਉਸ ਗੱਲ ਤੇ ਤਾਂ ਕੋਈ ਧਿਆਨ ਨਹੀਂ ਦਿੰਦੇ ਵੀ ਕਿਵੇਂ ਆਇਆ ਰਾਤ ਨੂੰ, ਕਿੱਥੇ ਕੱਲਾ ਬੰਦਾ ਨਾਲ ਕੱਲੀ ਕੁੜੀ ਹੈ, ਕੀ ਹਿਸਾਬ ਕਿਤਾਬ ਹੈ। ਗਿਆ, ਚਲੋ ਗਿਆ ਜਵਾਨ ਮੁੰਡਾ, ਅਫਸੋਸ ਹੈ ਜੀ ਉਹਦਾ ਗਏ ਦਾ। ਆਪਾਂ ਹਰੇਕ ਆਪਣੇ ਸਮਾਜ ਦੇ ਵਿੱਚ ਹੈ ਹੀ ਜੀ। ਉਹ ਬਹੁਤ ਸੋਹਣੀ ਡਿਸਕਸ਼ਨ ਹੈ ਜੀ, ਮਿਹਰਬਾਨੀ ਤੁਹਾਡੀ ਬਹੁਤ ਜੀ ਪੱਟੀ ਸਾਹਿਬ। ਜਿਹੜੀ ਗੱਲ ਸਰਪੰਚ ਸਾਹਿਬ ਨੇ ਕਹੀ ਸੰਧੂ ਸਾਹਿਬ ਨਾਲ ਜੀ, ਮੈਂ ਥੋੜੀ ਜਿਹੀ ਗੱਲ ਇਹਨਾਂ ਨਾਲ ਹੋਰ ਜੋੜ ਦਿਆਂ। ਜੇ ਕਿਤੇ ਬਾਈ ਚਾਂਸ ਸੀ ਖੁਦਾ ਨਾ ਖਾਲਸਾ ਕਾਂਗਰਸ ਜਿਹੜੀ ਆ 45 ਸੀਟਾਂ ਲੈ ਜਾਂਦੀ ਆ ਤੇ ਆਮ ਆਦਮੀ ਪਾਰਟੀ ਦੀਆਂ 50 ਸੀਟਾਂ ਹੁੰਦੀਆਂ ਨੇ ਜੀ, ਤੇ ਕਾਂਗਰਸ ਪਾਰਟੀ ਕੋਲ ਅਮਰੀਕਨ ਗ੍ਰਾਂਟ ਬਥੇਰੀ ਪਈ ਹੈ, ਸੁੱਟ ਦੇਣਗੇ ਉਧਰ ਨੂੰ, ਕੋਈ ਗੱਲ ਨਹੀਂ। ਤੇ ਮੁੜ ਕੇ ਇਹਨਾਂ ਦੇ ਜਿਹੜੇ ਉਮੀਦਵਾਰ ਨੇ ਉਹ ਡੱਡੂਆਂ ਦੀ ਪੰਸੇਰੀ ਵਾਂਗ ਖਿਲਰ ਸਕਦੇ। ਪਿਛਲੀ ਵਾਰੀ ਵੇਖ ਹੀ ਲਿਆ ਇਹਨਾਂ ਨੇ, ਖਲਾਰਾ ਪਾਉਣ ਦਾ ਤਾਂ ਤਜਰਬਾ ਹੋ ਗਿਆ। ਦੂਸਰੀ ਚੀਜ਼ ਜਿਹੜੀ ਕਾਂਗਰਸ ਪਾਰਟੀ ਜਿਹੜੀ ਇਹਨਾਂ ਗੱਲ ਕੀਤੀ ਹੈ ਨਾ, ਇੰਨੇ ਬੰਦੇ ਮੈਂ ਦੱਸ ਦਿਆਂ ਵੀ 29 ਬੰਦੇ ਜਿਹੜੇ ਪਿਛਲੀ ਟਿਕਟਾਂ ਦਿੱਤੀਆਂ ਸੀ ਉਹਨੂੰ ਦਿੱਤੀਆਂ ਗਈਆਂ, ਬਾਕੀ 65 ਬੰਦੇ ਬਕਾਇਦਾ ਤੌਰ ਤੇ, ਮੈਂ ਨਹੀਂ ਸੁਖਬੀਰ ਸਿੰਘ ਬਾਦਲ ਕਹਿ ਰਿਹਾ 65 ਦੀ ਗੱਲ, ਹਾਂਜੀ
65 ਬੰਦੇ ਉਹ ਨੇ ਜਿਹੜੀਆਂ ਦੂਜੀਆਂ ਪਾਰਟੀਆਂ ਚੋਂ ਆਏ ਕੱਢੇ ਹੋਏ, ਜਿਨ੍ਹਾਂ ਬਾਰੇ ਬਕਾਇਦਾ ਤੌਰ ਤੇ ਕੇਜਰੀਵਾਲ ਸਾਹਿਬ ਨੇ ਆਪ ਇੰਨੀ ਗੱਲ ਕਹੀ ਸੀ ਕਿ ਕਾਂਗਰਸ ਦੇ ਸਾਡੇ ਕੋਲ ਕਈ ਮੌਜੂਦਾ ਤੇ ਕਈ ਸਾਬਕਾ ਵਿਧਾਇਕ ਹੋਣ ਲਈ ਤਿਆਰ ਨੇ ਜੀ। 5 ਦੀ ਗਿਣਤੀ ਵੀ ਦੱਸੀ ਸੀ ਉਹਨਾਂ ਨੇ। ਲੇਕਿਨ ਅਸੀਂ ਕਾਂਗਰਸ ਦਾ ਕੂੜਾ ਕਰਕਟ ਨਹੀਂ ਲਵਾਂਗੇ ਜੀ, ਪੂਰਾ ਕਰਕਟ ਨਹੀਂ, ਸਭ ਕੁਝ ਹੀ ਲੈ ਲਿਆ। ਸੁਖਬੀਰ ਸਿੰਘ ਬਾਦਲ ਇਹ ਤੇ ਕਈ ਵੀ ਕਹਿ ਵੀ ਜਾਂਦੇ ਅੰਦਰ ਖਾਤੇ ਕੋਈ ਨਹੀਂ, ਅੱਧੇ ਬੰਦੇ ਆਪਣੇ ਬੈਠੇ ਲੋੜ ਕੁਝ ਲੈ ਲਾਂਗੇ ਇਧਰ, ਜਦੋਂ ਇਸ਼ਾਰਾ ਕਰੇ ਇਧਰ ਆ ਜਾਣਗੇ ਆਪਣੇ ਆਪ। ਇਸ ਕਰਕੇ ਜੇ ਕਿਤੇ 50 ਸੀਟਾਂ ਹੁੰਦੀਆਂ ਤੇ ਜਦ ਬਹੁਮਤ ਨਹੀਂ ਮਿਲਦਾ ਤੇ ਫਿਰ ਸਮਝ ਲਓ ਡੱਡੂਆਂ ਦੀ ਪੰਚੇਰੀ ਵਾਂਗ ਕਿਸੇ ਨੂੰ ਵੀ ਖਿਲਰ ਸਕਦੇ ਨੇ ਜੀ, ਕਿ ਉਹਨਾਂ ਚ ਕੋਈ ਵਿਚਾਰਧਾਰਾ ਨਹੀਂ, ਕੋਈ ਸਿਧਾਂਤ ਨਹੀਂ। ਕੈਪਟਨ ਅਮਰਿੰਦਰ ਸਿੰਘ ਨੇ 2016 ਜਦੋਂ ਪਾਰਟੀ ਬਣਾਉਣ ਦੀ ਗੱਲ ਕੀਤੀ ਤੇ ਆਪਣੇ ਮੁਹੱਦੇ ਦੇ 27 ਐਮਏ ਦੀ ਮੀਟਿੰਗ ਕੀਤੀ ਜੀ। ਮੁਰਗ ਮਸਲਮ ਤੇ ਵਿਦੇਸ਼ੀ ਵਿਸਕੀ ਵੀ ਚੱਲੀ। ਤੇ ਜਦੋਂ ਸਾਰੇ ਲੋਟਪੋਟ ਜੇ ਹੋ ਗਏ ਤੇ ਫਿਰ ਗੱਲ ਕੀਤੀ ਵੀ ਆਪਾਂ ਨਵੀਂ ਪਾਰਟੀ ਬਣਾਉਣੀ ਹੈ। ਉਹਦੇ ਵਿੱਚ ਬੁਛਲੋ ਜਾਖੜ ਸਾਹਿਬ ਸ਼ਾਮਿਲ ਸੀ ਜੀ। 23 ਐਮਐਲਏ ਨੇ ਬਕਾਇਦਾ ਤੌਰ ਤੇ ਠੋਕ ਵਜਾ ਕੇ ਕਹਿ ਦਿੱਤਾ ਸੀ ਨਹੀਂ ਗੱਲ ਕਿ ਸਾਨੂੰ ਕਾਂਗਰਸ ਪਾਰਟੀ ਨੇ ਬਹੁਤ ਕੁਝ ਦਿੱਤਾ, ਕੈਪਟਨ ਸਾਹਿਬ ਤੁਸੀਂ ਆਪਣੀ ਪਾਰਟੀ ਬਣਾਉਣੀ ਬਣਾਓ ਜੀ, ਅਸੀਂ ਪਾਰਟੀ ਸ਼ਾਮਿਲ ਨਹੀਂ ਹੋਵਾਂਗੇ। ਇੱਕ ਕੈਪਟਨ ਸਾਹਿਬ ਆਪ, ਇੱਕ ਰਾਣਾ ਸੋਢੀ, ਇੱਕ ਸਰਕਾਰੀਆ ਤੇ ਇੱਕ ਗੁਰਮੀਤ ਸੋਢੀ, ਰਾਣਾ ਗੁਰਜੀਤ ਇਹ 4 ਬੰਦੇ ਸੀ ਜਿਹੜੇ ਇਕੱਠੇ ਸੀਗੇ। ਬਾਕੀ ਸਾਰੇ ਭੱਜ ਗਏ ਸੀ ਕਿ ਨਿਸ਼ਚਿਤ ਪਾਰਟੀ ਬਣਾਉਣੀ ਤੇ ਮੁੜ ਕੇ ਉਹਨਾਂ ਵਿਚਾਰ ਛੱਡਤਾ ਸੀ ਪਾਰਟੀ ਬਣਦਾ ਜੀ। ਇਸ ਕਰਕੇ ਕਾਂਗਰਸ ਅਜੇ ਥੋੜਾ ਬੜਾ ਮਾੜਾ ਮੋਟਾ ਜੇ ਪੰਜਾਬ ਦੀ ਕਾਂਗਰਸ ਦੀ ਗੱਲ ਕਰਦਾ, ਮੈਂ ਬਾਹਰ ਦੀ ਗੱਲ ਨਹੀਂ ਕਰਦਾ, ਬਾਹਰ ਤੇ ਮਿੰਟੋ ਮਿੰਟ ਖਿਲਦੇ ਰਹਿੰਦੇ ਨੇ। ਇਹਦੇ ਚ ਮਾੜਾ ਮੋਟਾ ਜੱਸ ਤੇ ਹੈਗਾ ਕਿਤੇ ਖਲੂਣ ਜੋਗੇ ਹੈਗੇ, ਅਦਰਵਾਈਜ਼ ਜਿਹੜਾ ਵਾ ਜੇ ਕਿਤੇ ਆਮ ਆਦਮੀ ਇਹਨੂੰ ਬਹੁਮਤ ਨਾ ਮਿਲੀ ਆਪਣੇ ਨੂੰ ਆਪ ਆਦਮੀ ਪਾਰਟੀ ਨੂੰ ਤੇ ਫਿਰ ਇਹ ਸਮਝ ਲਓ ਕਿ ਜੋ ਪਿਛਲੇ ਹਾਲ ਹੋਇਆ 20 ਤੋਂ 20 ਦੇ ਵਿੱਚ 14 ਖਿਲਰ ਗਏ ਸੀਗੇ, ਇਹਦੇ ਵਿੱਚੋਂ ਕਿੰਨੇ ਖਿਲਰਦੇ ਨਹੀਂ ਪਤਾ। ਜੀ 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 ਜੀ। ਸੋ ਪ੍ਰੋਗਰਾਮ ਚੱਲ ਰਿਹਾ ਜੀ, ਸ਼ਮਤਨ ਤੇ ਕਾਲ ਲੈ ਲਈਏ, ਫਿਰ ਅੱਗੇ ਚੱਲਦੇ ਹਾਂ। 9264 ਤੇ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰੇ, ਮੈਂ ਜਗਜੀਤ ਬੋਲਦਾ ਸਰ। ਜੀ 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 ਜਗਜੀਤ ਜੀ ਸਤਿ ਸ਼੍ਰੀ ਅਕਾਲ। ਜਿਹੜੇ ਮੈਂ ਪੁੱਛਿਆ ਸੀਗਾ ਜੀ, ਬਾਕੀ ਪਾਰਟੀਆਂ ਦੀ ਤਾਂ ਆਪਾਂ ਗੱਲਬਾਤ ਕਰਦੇ ਆ, ਜਿਹੜੀ ਕਿਸਾਨਾਂ ਦੀ ਪਾਰਟੀ ਸੀ ਉਹਦੀ ਚੋਣਾਂ ਦੇ ਵਿੱਚ ਵੀ ਬੜੀ ਘੱਟ ਚਰਚਾ ਰਹੀ ਆ। ਇਹਦਾ ਮਤਲਬ ਵੀ ਉਹ ਹਾਸੀਅਤ ਹੀ ਆ, ਕੋਈ ਵੀ ਇਹਨਾਂ ਦਾ ਨਹੀਂ ਜਿੱਤਦਾ ਹੈਗਾ, ਕੋਈ ਉਹਨਾਂ ਦਾ ਭਾਣਾ ਬੀਤਿਆ ਹੈ ਨਹੀਂ ਜੀ ਸੀਗੇ ਜੀ। ਵਾਲਾ ਜੀ ਜਾਂ ਭਾਖੜਾ ਵਾਲਾ ਸੀਗਾ, ਉਹਦੇ ਚ ਕੋਈ ਪਾਰਟੀ ਵਾਲਾ ਖੁੱਲ ਕੇ ਨਹੀਂ ਬੋਲਿਆ ਜੀ, ਉਹ ਵੀ ਭਾਣਾ ਹੀ ਮੰਨ ਲਿਆ। ਇਹਦਾ ਮਤਲਬ ਇਹ ਬੜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਪੱਟੀ ਸਾਹਿਬ। ਇਹਨਾਂ ਦੀ ਗੱਲ ਬੜੀ ਹੈ ਕਿ ਭਾਖੜਾ ਬਿਆਸ ਬਨੇਜਪੁਰ ਮਸਲੇ ਦੇ ਉੱਤੇ ਸਿੱਖ, ਵੈਸੇ ਤਾਂ ਇੱਕ ਚੀਜ਼ ਉਹਦੇ ਉੱਤੇ ਮੈਂ ਗੱਲ ਕਰੂੰਗਾ ਅੱਗੇ, ਸ਼ਿਵਿੰਦਰ ਜੀ ਆਉਣਗੇ ਤਾਂ ਪੂਰਾ ਡਿਟੇਲ ਨਾਲ ਗੱਲਬਾਤ ਕਰਾਂਗੇ, ਪਰ ਇਹਦੇ ਉੱਤੇ ਵੀ ਬਿਆਨਬਾਜ਼ੀ ਦੇ ਉੱਤੇ ਕੋਈ ਬਾਹਲਾ ਖੁੱਲ੍ਹ ਕੇ ਨਹੀਂ ਕੋਈ ਬੋਲਿਆ। ਵੇਖੋ ਜਿਹੜੀ ਭਾਖੜਾ BBM ਬਾਰੇ ਕਿਹਾ ਤਾਂ ਤੁਹਾਨੂੰ ਪਤਾ ਵੀ 23 ਫਰਵਰੀ ਨੂੰ ਉਹਨਾਂ ਬਕਾਇਦਾ ਤੌਰ ਤੇ ਰੈਜ਼ੋਲੂਸ਼ਨ ਕੀਤਾ ਜੀ। ਜਦੋਂ ਉਹਨਾਂ 23 ਨੂੰ ਰੈਜ਼ੋਲੂਸ਼ਨ ਕਰ ਲਿਆ ਤੇ ਮੁੜ ਕੇ ਬਾਅਦ ਸਭ ਤੋਂ ਪਹਿਲਾਂ ਸੁਨੀਲ ਜਾਖੜ ਬੋਲੇ ਨੇ ਕਿ ਇਹ ਕੰਮ ਗਲਤ ਹੋ ਰਿਹਾ ਜੀ। ਜਦੋਂ ਉਹ ਬੋਲੇ ਨੇ ਤੇ ਬਾਅਦ ਦੇ ਵਿੱਚ ਮੁੜ ਕੇ ਸੀ ਬੋਲੇ ਸਾਰੇ, ਤੇ ਜਿਹੜੇ ਸਾਡੇ ਕਾਂਗਰਸ ਦੇ ਪ੍ਰਧਾਨ ਸੀ ਉਹਨਾਂ ਦੀ ਜ਼ਬਾਨ ਸੀ ਤੇਰੀ, ਉਹ ਬੋਲੇ ਹੀ ਨਹੀਂ ਜੀ। ਹੁਣ ਅੱਜ ਉਹ ਬੋਲੇ ਨੇ ਸਾਡੇ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ, ਉਹਨਾਂ ਨੇ ਪਾਣੀ ਪੀ ਕੇ ਕੋਸਿਆ ਵਾ ਬਕਾਇਦਾ ਤੌਰ ਤੇ ਆਪਣੇ ਨੂੰ ਬੀਜੇਪੀ ਨੂੰ ਜੀ। ਜੇ ਤੁਸੀਂ ਪਾਣੀ ਪੀ ਕੇ ਕੋਸਦੇ ਹੋ ਤੇ ਭਾਈ ਤੁਸੀਂ ਪਹਿਲਾਂ ਕਿਉਂ ਨਹੀਂ ਬੋਲੇ, ਪਹਿਲਾਂ ਦੱਸੋ ਤੁਸੀਂ। ਚਲੋ ਦੇਰ ਆਏ ਦਰੁਸਤ ਆਏ ਬੋਲ ਪਏ ਤੁਸੀਂ ਜੀ। ਲੇਕਿਨ ਮੈਂ ਥੋੜਾ ਜਿਹਾ ਇਹਦੇ ਪਿਛੋਕੜ ਚ ਜਾਵਾਂ ਤੇ ਜਿਹੜਾ ਭਾਖੜਾ ਡੈਮ ਆ ਇਹਨੂੰ ਬਕਾਇਦਾ ਤੌਰ ਤੇ 113 ਕਰੋੜ ਰੁਪਏ ਲੱਗਣੇ ਸੀ ਤੇ ਜੋ ਬਣਾਇਆ 113 ਕਰੋੜ ਰੁਪਏ ਕੇਂਦਰ ਸਰਕਾਰ, ਨਹਿਰੂ ਸਰਕਾਰ ਨੇ ਦੇਣ ਤੋਂ ਇਨਕਾਰ ਕਰਦਾ ਸੀ ਵੀ ਅਸੀਂ ਨਹੀਂ ਦੇਣੇ, ਇਹ ਪੰਜਾਬ ਨੂੰ ਫਾਇਦਾ, ਪੰਜਾਬ ਦਾ ਡੈਮ ਬਣਨਾ, 50 ਪੈਸੇ ਖਰਚ ਕਰ ਜੀ। ਤੇ ਮੁੱਖ ਮੰਤਰੀ ਸਨ ਉਦੋਂ ਬਕਾਇਦਾ ਤੌਰ ਤੇ ਸਾਡੇ ਪ੍ਰਤਾਪ ਸਿੰਘ ਕੈਰੋ, ਇਹਨਾਂ ਨੇ ਜਿਹੜਾ ਸੀ ਸਾਡਾ ਮਾਲੀਆ ਡਬਲ ਕਰਕੇ ਖੁਸ਼ੀਅਤੀ ਟੈਕਸ ਲਾਤਾ ਸੀ ਜੀ। ਉਹਦਾ ਬਕਾਇਦਾ ਤੌਰ ਤੇ ਭਾਰਤੀ ਕਿਸਾਨ ਸਭਾ ਨੇ ਵਿਰੋਧ ਕੀਤਾ ਸੀਗਾ। ਵੱਡੀ ਗਿਣਤੀ ਚ ਬੀਬੀਆਂ ਸ਼ਾਮਲ ਸੀਗੀਆਂ ਜੀ। ਤੇ ਉਹਨਾਂ ਨੂੰ ਜੇਲ੍ਹ ਭੇਜਿਆ ਗਿਆ ਤੇ ਮੇਰੇ ਖਿਆਲ ਮਹੀਨੇ ਕੁ 1.5 ਮਹੀਨੇ ਦੇ ਵਿੱਚ ਉਹਦਾ ਫੈਸਲਾ ਹੋ ਗਿਆ ਸੀ। ਸਰਕਾਰ ਨੂੰ ਉਹ ਜਿਹੜਾ ਟੈਕਸ ਵਾਪਸ ਲੈਣਾ ਪਿਆ ਸੀ, ਲੇਕਿਨ 113 ਕਰੋੜ ਰੁਪਈਆ ਉੱਥੇ ਪੰਜਾਬ ਦਾ ਲੱਗਾ, ਉਸ ਵੱਡੇ ਪੰਜਾਬ ਦਾ ਜੀ। ਬਿਲਕੁਲ ਉਸ ਚੀਜ਼ ਨੂੰ ਲੈ ਕੇ ਇਹਨਾਂ ਨੇ ਬਕਾਇਦਾ ਤੌਰ ਤੇ ਇੱਕ ਮੈਂਬਰ ਜਿਹੜਾ ਸਿੰਚਾਈ ਦਾ ਇਰੀਗੇਸ਼ਨ ਉਧਰੋਂ ਤੇ ਇਧਰੋਂ ਜਿਹੜਾ ਪਾਵਰ ਦਾ ਲਿਆ ਸੀ ਵੀ ਇਹ ਮੈਂਬਰ ਸਾਡੇ ਇੱਥੇ ਹੋਣੇ ਚਾਹੀਦੇ। ਹੁਣ ਚਲੋ ਤੁਸੀਂ ਤਾਂ ਇੰਨੀ ਗੱਲ ਕਰ ਦਿੱਤੀ ਵੀ 23 ਨੂੰ ਤੁਸੀਂ ਆਪਣਾ ਮਤਾ ਪਾਸ ਕਰਤਾ ਵੀ ਨਹੀਂ ਜੀ ਪੂਰੇ ਇੰਡੀਆ 'ਚ ਕੋਈ ਵੀ ਬਣ ਸਕਦਾ ਇੱਥੇ।
ਠੀਕ ਹੈ, ਤੁਸੀਂ ਇਹ ਵੀ ਬਹਾਨਾ ਲਾਤਾ ਜੀ ਇੱਥੋਂ ਬੰਦੇ ਨਹੀਂ ਮਿਲ ਰਹੇ। ਫਿਰ ਜਿਹੜਾ BBM ਕੱਲਾ ਇੱਕੋ ਹੀ ਨਹੀਂ, ਭਾਖੜਾ ਡੈਮ ਨਹੀਂ, ਕਈ ਹੋਰ ਨਾਲ ਜਿਹੜੇ ਹੈਗੇ ਨੇ ਛੋਟੇ ਛੋਟੇ ਉਹ ਵੀ ਹੈਗੇ ਆ ਨਾ ਜੀ, ਛੋਟੇ ਉਹ ਵੀ ਹੈਗੇ ਆ, ਉਹਨਾਂ ਨੇ ਵੀ ਪ੍ਰਬੰਧ ਕਰਦਾ ਵਾ। ਬਕਾਇਦਾ ਤੌਰ ਤੇ ਜਦੋਂ ਮੈਂ ਤੁਹਾਨੂੰ ਥੋੜੀ ਜਿਹੀ ਹੋਰ ਗੱਲ ਦੱਸਿਆ, ਇੱਥੇ ਚੋਪੜਾ ਹੁੰਦੇ ਸੀ GM ਜੀ। ਚੋਪੜਾ ਜਿਹੜੇ GM ਹੁੰਦੇ ਸੀ ਉਹ ਬਹੁਤ ਜ਼ਿਆਦਾ ਇਮਾਨਦਾਰ ਤੇ ਬਹੁਤ ਮਿਹਨਤੀ ਸਨ ਜੀ, ਜਿਨ੍ਹਾਂ ਨੇ ਪੂਰੀ ਪ੍ਰਪੋਜ਼ਲ ਬਣਾਈ, ਜਿਹੜੇ ਪੂਰਾ 18 ਘੰਟੇ ਦਫ਼ਤਰ 'ਚ ਕੰਮ ਕਰਦੇ ਸੀ। ਤੇ ਜਦੋਂ ਕਿਤੇ ਕੋਈ ਜ਼ਿਆਦਾ ਨੀਂਦ ਆਉਣੀ ਤਾਂ ਉਹਨਾਂ ਉੱਥੇ ਕਹਿਣਾ ਆਪਣੇ ਸੇਵਾਦਾਰ ਨੂੰ ਕਈ ਚਾਹ ਬਣਾ ਕੇ ਲਿਆ ਕਣਕ ਦੀ ਇੱਕ, ਤੇ ਉੱਥੇ ਕੁਰਸੀ ਤੇ ਬਹਿ ਕੇ ਜਿਹੜੀ 5-7 ਮਿੰਟ ਝੋਕ ਲਾ ਲਈ, ਕਿਤੇ ਕੰਮ ਕਰਨਾ। ਉਹ ਬੰਦੇ ਨੂੰ ਕਰਪਸ਼ਨ ਕਰਨ ਲਈ ਤਤਕਾਲੀ ਮੁੱਖ ਮੰਤਰੀ ਨੇ ਬਹੁਤ ਮਜਬੂਰ ਕੀਤਾ ਜੀ। ਉਹ ਕਹਿਣ ਲੱਗਾ ਮੈਂ ਕਰਪਸ਼ਨ ਨਹੀਂ ਕਰਨੀ। ਅਖੀਰ ਦੇ ਉੱਤੇ ਇੰਨਾ ਤੰਗ ਕੀਤਾ, ਉਹਨੇ 3 ਪੱਤਰ ਲਿਖੇ, ਇੱਕ ਪ੍ਰਧਾਨ ਮੰਤਰੀ ਨੂੰ ਲਿਖਿਆ, ਇੱਕ ਗਵਰਨਰ ਪੰਜਾਬ ਨੂੰ ਲਿਖਿਆ, ਤੇ ਇੱਕ ਜਿਹੜਾ ਸੀ ਰਾਸ਼ਟਰਪਤੀ ਨੂੰ ਲਿਖਿਆ, ਤੇ ਆਪਸ ਵਿੱਚ ਛੱਡ ਕਰ ਜੀ। ਐਡਾ ਇੰਟੈਲੀਜੈਂਟ ਬੰਦਾ ਜਿਹੜਾ ਸੀ ਸਾਡਾ ਜਿਹੜਾ ਸੀ, ਉਹ ਇੱਕ ਛੋਟੀ ਜਿਹੀ ਗਲਤੀ ਨਾਲ ਮਾਰਿਆ ਗਿਆ। ਲੇਕਿਨ ਜਦੋਂ ਮੁੱਖ ਮੰਤਰੀ ਨੂੰ ਪਤਾ ਲੱਗਿਆ ਪਿਆ ਭਾਣਾ ਵਰਤਿਆ, ਉਹਨੇ ਡਾਕ ਚੋਂ ਪਹਿਲੇ 3 ਲੈਟਰ ਕਢਾ ਲਏ ਸੀ ਜੀ। ਜੇ ਕਿਤੇ ਟਿਕਾਣੇ ਪਹੁੰਚ ਜਾਂਦੇ ਸੀ ਉਹਦੀ ਮੌਤ ਦਾ ਕਿਤੇ ਮੁੱਲ ਪੈ ਜਾਂਦਾ, ਲੋਕਾਂ ਨੂੰ ਪਤਾ ਲੱਗਦਾ ਕਹਾਣੀ ਕੀ ਹੋਈ ਹੈ। ਲੇਕਿਨ ਵੀ ਗੱਲਾਂ ਨਿਕਲ ਆਉਂਦੀਆਂ, ਸਾਨੂੰ ਵੀ ਲੋਕ ਦੱਸਦੇ ਰਹਿੰਦੇ ਕਿਸੇ ਨਾ ਕਿਸੇ ਵੀ ਆਹ ਗੱਲ ਉੱਥੇ ਹੋਈ ਹੈ। ਉੱਥੇ ਮੈਂ ਗਿਆ ਸੀ 1977 ਦੇ ਵਿੱਚ, ਉਹਦੀ ਵੀ ਗੱਲ ਕੀਤੀ ਸੀ ਜੀ। ਹੁਣ ਚੱਕਰ ਇਹ ਆ ਕਿ ਉਹਦੇ ਵਿੱਚ ਬਕਾਇਦਾ ਤੌਰ ਤੇ BBM ਦੇ ਚੇਅਰਮੈਨ ਨੇ ਨਿਕਲ ਕਹਿ ਦਿੱਤੀ ਹੈ ਵੀ ਭਾਈ ਇਹਦੇ 'ਚ ਕੋਈ ਮੈਂਬਰਾਂ ਦੀ ਰੱਦੋ ਬਦਲ ਨਹੀਂ ਕੀਤੀ ਗਈ, ਕੁਛ ਨਹੀਂ ਕੀਤਾ ਗਿਆ, ਜਿੱਦਾਂ ਪਹਿਲਾਂ ਜਾਂਦਾ ਉਦਾਂ ਹੀ ਚੱਲੇਗਾ। ਲੇਕਿਨ ਸਰਕਾਰ ਨੇ ਨਹੀਂ ਕਿਹਾ ਅਜੇ ਤੱਕ। ਸਰਕਾਰ ਨੇ ਨਹੀਂ ਕਿਹਾ, ਰੌਲਾ ਤਾਂ ਆਹੀ ਹੈ ਨਾ, ਕਹੇ ਤਾਂ ਸਰਕਾਰ। ਉਹਦੇ ਵਾਸਤੇ ਬਕਾਇਦਾ ਤੌਰ ਤੇ ਸੁਖਦੇਵ ਸਿੰਘ ਢੀਂਡਸਾ ਗ੍ਰਹਿ ਮੰਤਰੀ ਨਾਲ ਇਸੇ ਮੁੱਦੇ ਨੂੰ ਲੈ ਕੇ ਗੱਲ ਕਰਨ ਵਾਸਤੇ ਜਿਹੜੇ ਸੀ ਉਹ ਦਿੱਲੀ ਰਵਾਨਾ ਹੋ ਗਏ ਨੇ ਜੀ। ਉਮੀਦ ਆ ਵੀ ਅਗਲੇ 1-2 ਦਿਨਾਂ ਦੇ ਵਿੱਚ ਉਹ ਗੱਲਬਾਤ ਕਰਕੇ ਤੇ ਮਸਲਾ ਪੱਕੇ ਤੌਰ ਤੇ ਹੱਲ ਕਰ ਲਾਂਗੇ, ਤੇ ਰੌਲਾ ਬਹੁਤ ਪੈ ਗਿਆ ਜੀ। ਜੀ ਕਾਲ ਲੈ ਲਈਏ ਜੀ। ਖਾਲਸਾ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਧੰਨਵਾਦ ਸਾਹਿਬ ਤੇ ਪੱਕੀ ਸਾਹਿਬ ਜੀ ਕਾ ਖਾਲਸਾ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਫਤਿਹ ਜੀ। ਜਿੱਥੋਂ ਗੱਲ ਦਾ ਅੱਜ ਦਾ ਵਿਸ਼ੇ ਦਾ ਆਰੰਭ ਹੋਇਆ ਸੀ, ਉਹ ਸੀ ਧਰਮ ਦੀ ਗੱਲ ਜੀ। ਗੁਰੂ ਸਾਹਿਬਾਨ ਬਾਰੇ ਜੋ ਕੁਝ ਕਿਤਾਬਾਂ ਵਿੱਚ ਦਰਜ ਹੋਇਆ ਉਹਦੇ ਬਾਰੇ ਗੱਲ ਚੱਲ ਰਹੀ ਸੀ। ਮੈਂ ਕੁਝ ਕਹਿਣਾ ਚਾਹੁੰਦਾ ਕਿ ਜੇ ਕਿਸੇ ਅਕਾਲੀ ਲੀਡਰ ਦੇ ਖਿਲਾਫ ਕੋਈ ਗੱਲ ਹੋ ਜਾਏ ਤਾਂ ਉਹ ਮਾਣਹਾਨੀ ਦਾ ਕੇਸ ਕਰਨ ਨੂੰ ਅਦਾਲਤ ਪਹੁੰਚ ਜਾਂਦਾ ਹੈ। ਇੱਥੇ ਤਾਂ ਸਾਰੀ ਕੌਮ ਦੀ ਜਿਹੜੀ ਹਾਨੀ ਕਰ ਦਿੱਤੀ, ਤੇ ਗੁਰੂ ਸਾਹਿਬ ਨੇ ਜਦੋਂ ਉਹਨਾਂ ਦੇ ਖਿਲਾਫ ਲਿਖਿਆ, ਇੱਥੇ ਇਹਨਾਂ ਦੀ ਜ਼ਮੀਰ ਨਹੀਂ ਜਾਗਦੀ। ਇੱਕ ਕੀ ਸ਼੍ਰੋਮਣੀ ਕਮੇਟੀ ਦੇ ਵਿੱਚ ਕੋਈ ਵੀ ਸਿੱਖ ਨਹੀਂ ਜਿਹੜਾ ਇੱਥੇ ਖੜ ਜਾਏ, ਜਾਂ ਅਕਾਲੀ ਲੀਡਰਾਂ ਦੇ ਵਿੱਚ ਆਪਣੇ ਆਪ ਨੂੰ ਅਕਾਲੀ ਜਿਹੜੇ ਕਹਿੰਦੇ ਆ। ਅਗਲੀ ਗੱਲ ਮੈਂ ਕਹਿਣੀ ਚਾਹਾਂਗਾ ਕਿ ਭਾਖੜਾ ਮੈਨੇਜਮੈਂਟ ਬੋਰਡ ਦੀ ਗੱਲ ਹੋਈ ਹੋਈ ਹੈ। ਚਲੋ ਸਾਡਾ ਇੱਕ ਮੈਂਬਰ ਹੀ ਸੀ, ਚਲੋ ਸੀ ਤਾਂ ਸਹੀ ਨਾ, ਪਰ ਇਹ ਚੁੱਪ ਕਿਉਂ ਆ? ਹੁਣ ਦੇਖਣ ਵਾਲੀ ਗੱਲ ਹੈ। ਚਲੋ ਚੰਨੀ ਤਾਂ ਬੋਲਿਆ ਨਹੀਂ, ਬਾਕੀ ਤਾਂ ਬੋਲੇ ਆ। ਅੱਛਾ, ਤੇ ਉਹ ਜਿਹੜਾ ਜੋਗੀ ਹੈ, ਉਹ ਮਸ਼ੀਨਾਂ ਜਿਹੜੀਆਂ AVM ਆਪਣੇ ਵੋਟਿੰਗ ਮਸ਼ੀਨਾਂ ਜਿਹੜੀਆਂ EVM ਕੀ ਇਹਦਾ ਨਾ, ਉਹ EVM ਜੀ, ਇਲੈਕਟ੍ਰਿਕ ਵੋਟਿੰਗ ਮਸ਼ੀਨਸ, ਇਲੈਕਟ੍ਰੋਨਿਕ ਵੋਟਿੰਗ ਮਸ਼ੀਨਸ। ਠੀਕ ਹੈ। ਤੇ ਉਹ ਮੇਰੇ ਕਹਿਣ ਦਾ ਮਤਲਬ ਉਹਦਾ ਭਗਮਾ ਰੰਗ ਹੈ ਨਹੀਂ, ਤੇ ਉਹ ਕਿਉਂ ਵੋਟ ਵਿੱਚ ਪਾਈ ਜਾਂਦਾ? ਅੱਗੇ ਤਾਂ ਰੌਲਾ ਪਾ ਕੇ ਬਹਿ ਗਿਆ ਜਿਹੜੀ ਚੀਜ਼ ਭਗਮਾ ਕਰਨੀ ਹੈ ਸਾਰੀ, ਤੇ ਉਹ ਸ਼ਰਮੀ ਲਾਤੀ ਬਈ ਉਹ ਬਿਨਾਂ ਭਗਮੇ ਤੋਂ ਹੀ ਉਹ 'ਚ ਵੋਟ ਪਾਈ ਜਾਂਦਾ। ਇਹ ਦੱਸਿਓ ਜਰਾ। ਥੈਂਕ ਯੂ ਜੀ। ਮੈਂ ਥੋੜੀ ਜੀ ਗੱਲ ਪਿਛਲੀ ਪਹਿਲਾਂ ਜੋੜਦਾ ਖਾਲਸਾ ਜੀ ਦੇ ਨਾਲ। ਹਾਂ ਚਲੋ ਖਾਲਸਾ ਦੀ ਗੱਲ ਕਰਨੀ, ਖਾਲਸਾ ਦੀ ਗੱਲ ਹੋ ਗਈ ਜੀ। ਵੈਸੇ ਮੈਂ ਇੱਕ ਦੱਸਦਾ, ਇੱਕ ਜੈਪਟ ਤੋਂ ਤੇ ਪਤਾ ਨਹੀਂ ਕਾਲ ਆਈ ਸੀਗੀ ਜੀ, ਉਹ ਪਲੀਜ਼ ਮੈਂ ਉਹਨਾਂ ਨੂੰ ਕਿਹਾ ਸੀਗਾ ਵੀ ਹੋਲਡ ਕਰ ਲਓ ਤੁਸੀਂ। ਮੈਂ ਕਿਉਂਕਿ ਗੱਲ ਵਿਚਾ ਲਿਓ, ਜਦੋਂ ਤੋੜਦਾ ਜੀ ਤਾਂ ਮੈਨੂੰ ਸਾਡੇ ਸਰੋਤਿਆਂ ਦੇ ਲਾਂਭੇ ਆਉਣ ਲੱਗ ਪੈਂਦੇ ਆ। ਸੋ ਇੱਕ ਗੱਲ ਕੰਪਲੀਟ ਕਰਕੇ ਫਿਰ ਅਸੀਂ ਕਾਲਸ ਲੈ ਸਕਦੇ ਹਾਂ। ਸੋ ਉਹਨਾਂ ਨੂੰ ਗੁਜ਼ਾਰਿਸ਼ ਹੈ 2-4 ਮਿੰਟ। ਜੀ ਜੀ। ਤੁਸੀਂ ਮਨਜੀਤ ਸਿੰਘ ਕਲਕੱਤਾ ਨਾਲ ਸੁਣਿਆ ਹੋਣਾ? ਬਿਲਕੁਲ। ਮਨਜੀਤ ਸਿੰਘ ਕਲਕੱਤਾ ਕਾਫੀ ਇੰਟੈਲੀਜੈਂਟ ਸੀ, ਕੋਈ 5-6 ਪਛਾਣਾਂ ਹੋਈਆਂ ਤੇ ਸ਼੍ਰੋਮਣੀ ਕਮੇਟੀ ਨੂੰ ਕਦਪਤੀ ਬਣਾਇਆ ਸੀ, ਤੇ ਉਹਨਾਂ ਬਣਾਇਆ ਸੀ ਜੀ। ਜਿੰਨੇ ਟੈਕਸ ਸਮਾਪਤ ਕਰਿਆ ਸੀ ਉਹਨਾਂ ਕਰਾਇਆ ਸੀ। ਤੇ ਜਿਹੜਾ ਬਕਾਇਦਾ ਤੌਰ ਤੇ ਮਨਜੀਤ ਸਿੰਘ ਉਹਦੇ ਚ ਇੰਨਾ ਕੈਲੀਬਰ ਸੀਗਾ ਕਿ ਉਹ ਆਪਣੇ ਦਫ਼ਤਰ 'ਚ ਬੈਠਾ ਲਾਈਟਿੰਗ ਕਾਲ ਬੁੱਕ ਕਰਾ ਕੇ ਹੋਮ ਸੈਕਟਰੀ ਨਾਲ ਗੱਲ ਕਰ ਸਕਦਾ। ਇੰਨੀ ਗੁੱਡਵਿਲ ਉਹਦੀ ਹੈਗੀ ਸੀ ਜੀ। ਇੱਕ ਦਿਨ ਉਹਨੇ ਘਰ ਬੈਠੇ ਸੀ, ਗੱਲ ਕੀਤੀ ਮਨਜੀਤ ਸਿੰਘ ਕਲਕੱਤੇ ਨੂੰ, ਤੇ ਗੱਲ ਚੱਲ ਪਈ SYL ਦੀ ਜੀ। ਉਦੋਂ ਬਕਾਇਦਾ ਤੌਰ ਤੇ ਮਿਨਿਸਟਰ ਹੁੰਦੇ ਸੀ। ਇਹ ਕਹਿੰਦੇ ਯਾਰ ਕੀ ਗੱਲ ਕਰੀ, ਹੁਣ ਇਹਦੇ ਬਾਰੇ ਗੱਲ ਕਰਨ ਨੂੰ ਜੀ ਨਹੀਂ ਕਰਦਾ। ਮੈਂ ਥੋੜਾ ਖੜੇ ਪੈ ਗਿਆ, ਮੈਂ ਦੱਸੋ ਜੀ ਗੱਲ ਕੀ ਹੈ।
ਇਹ ਕਹਿੰਦੇ ਵੀ ਜਦੋਂ ਮਰਾਰਜੀ ਦੇਸਾਈ ਬਕਾਇਦਾ ਤੌਰ ਤੇ ਬਣਿਆ ਸੀ ਨਾ ਸਾਡਾ ਪ੍ਰਧਾਨ ਮੰਤਰੀ ਜੀ, ਤੇ ਪੰਜਾਬ ਦੇ ਮੁੱਖ ਮੰਤਰੀ ਬਕਾਇਦਾ ਤੌਰ ਤੇ ਇੱਥੇ ਹੈਗੇ ਸੀ ਪ੍ਰਕਾਸ਼ ਸਿੰਘ ਬਾਦਲ ਤੇ ਹਰਿਆਣੇ ਦੇ ਸ਼ਾਇਦ ਦੇਵੀ ਲਾਲ ਸਿੰਘ। ਇਹਨਾਂ ਦੋਵਾਂ ਮੁੱਖ ਮੰਤਰੀ ਨੇ ਬੁਲਾ ਲਿਆ ਵੀ ਤੁਹਾਡਾ ਜਿਹੜਾ ਇਸ ਵੇਲੇ ਦਾ ਤੁਸੀਂ ਗੱਲ ਕਰਦੇ ਹੋ ਪਾਣੀ ਦੀ ਗੱਲ ਕਰ ਦੱਸੋ ਕਿੱਥੇ ਇਸ ਵੇਲੇ। ਉਹਨਾਂ ਕਿਹਾ ਜੀ ਸਾਡੀ ਇਸ ਵੇਲੇ ਤਾਂ ਪਾਣੀ ਚਾਹੀਦੀ ਹੈ। ਹਾਂ। ਉਹ ਕਹਿੰਦੇ ਲਿਆਓ ਨਕਸ਼ਾ ਲਿਆਓ ਜੀ। ਨਕਸ਼ਾ ਲਿਆਂਦਾ, ਕਹਿੰਦੇ ਵੀ ਦਰਿਆ ਕਿੱਥੇ ਵਗਦਾ, ਕਹਿੰਦੇ ਦਰਿਆ ਇੱਥੇ ਵਗਦਾ। ਉਹਨੇ ਕਿਹਾ ਰਿਪੇਰੀਅਨ ਕਾਨੂੰਨ ਤੁਹਾਡੇ ਤੇ ਲਾਗੂ ਬਿਲਕੁਲ ਨਹੀਂ ਹੁੰਦਾ ਜੀ, ਕਿਉਂ ਜੇ ਇਹ ਕਾਨੂੰਨ ਲਾਗੂ ਹੋਵੇ ਤੇ ਉਹਦੇ ਵਿੱਚ ਹਰਿਆਣੇ ਦੇ ਕੋਲੋਂ ਦੀ ਦਰਿਆ ਲੰਘਣਾ ਚਾਹੀਦਾ, ਕਿਤੇ ਹਰਿਆਣੇ ਦੇ ਲੱਗ ਦਰਿਆ ਕਿਤੇ ਕਰ ਲਾਂਗੇ ਜੀ। ਉਹਨੇ ਉਦੋਂ ਕਹਿ ਦਿੱਤਾ ਸੀ ਨਿਗਲ ਮਰਾਰਜੀ ਦੇਸਾਈ ਨੇ ਵੀ ਭਾਈ ਦੇਵੀ ਲਾਲ ਜੀ ਜਾਓ ਆਪਣੇ ਘਰ ਜਾ ਕੇ ਸੌਂ ਜਾਓ, ਤੁਹਾਡਾ ਬਿਲਕੁਲ ਹੀ ਹੱਕ ਨਹੀਂ ਕੋਈ ਬਣਦਾ ਤੇ ਪੰਜਾਬ ਦਾ ਹੱਕ ਪੰਜਾਬ ਕੋਲ ਰਹਿਣ ਦੇਣ। ਇਹ ਮਨਜੀਤ ਸਿੰਘ ਕਲਕੱਤੇ ਦੀ ਸ਼ਬਦ ਹੈ, ਮੈਨੂੰ ਨਹੀਂ ਪਤਾ ਕੀ ਗੱਲ ਕੀਤੀ। ਬਿਲਕੁਲ। ਹਾਂ। ਜੇ ਕਿਤੇ ਉਦੋਂ ਬਾਦਲ ਸਾਹਿਬ ਲਿਖਵਾ ਲੈਂਦੇ ਉਹਦੇ ਕੋਲ ਵੀ ਲਿਖ ਕੇ ਦੇ ਦਿਓ ਸਾਨੂੰ ਜੀ, ਇਹ ਲਿਖਵਾ ਲੈਂਦੇ ਜੀ ਤੇ ਸ਼ਾਇਦ ਇਹਨੇ ਰੱਫੜ ਹੀ ਨਾ ਪੈਂਦੇ। ਉਸ ਟਾਈਮ ਤੇ ਲਿਖਾਉਣਾ ਨਾ ਲਿਖ ਕੇ ਵੀ ਦੇ ਸਕਦੇ ਸੀ ਉਹ। ਬਿਲਕੁਲ। ਜਾਂ ਤੇ ਇਹ ਭੋਲਪਣੇ ਚ ਰਹੇ ਤੇ ਜਾਂ ਸੋਚਿਆ ਵੀ ਮੁੱਦਾ ਖਤਮ ਹੋ ਜਾਊਗਾ। ਇਹ ਤਾਂ ਹੁਣ ਇਹੀ ਜਾਣਦੇ, ਬਾਦਲ ਸਾਹਿਬ ਜਾਣਦੇ ਨੇ ਕੀ ਗੱਲ ਕੀ ਨਹੀਂ। ਤੇ ਤੁਹਾਨੂੰ ਮੈਂ ਮਨਜੀਤ ਸਿੰਘ ਕਲਕੱਤੇ ਦੀ ਗੱਲ ਦੱਸੀ ਕਿ ਉਹਨੇ ਕੰਮ ਨਿਬੇੜਤਾ ਸੀਗਾ। ਉਹਦੀ ਟਨਿਓਰ ਚ ਮੁੜ ਕੇ ਨਾਮ ਹੀ ਕਿਸੇ ਨਹੀਂ ਸੀ ਲਿਆ ਜੀ। ਉਦੋਂ ਬਾਅਦ ਹੀ ਮੁੜ ਕੇ ਇਹ ਰੱਫੜ ਪਏ ਸਾਰੇ। ਉਹ ਰੱਫੜ ਜੀ ਪਏ ਸੀ ਐਮਰਜੈਂਸੀ, ਜਿਹੜੀ ਇੰਦਰਾ ਗਾਂਧੀ ਨੇ ਇੰਨੀ ਗੱਲ ਕਹੀ ਸੀ ਵੀ ਤੁਸੀਂ ਬਿਲਕੁਲ ਰੌਲਾ ਪਾਓ, ਮੈਨੂੰ ਨਿੱਕਤ ਰਿਸ਼ਤੇ ਕਰ ਲੈਂਦੇ ਹੋ। ਇੱਕ ਨਾ ਰੌਲਾ ਪਾ ਕੇ ਜਿਹੜਾ ਸੀ ਉਹਦੀ ਸਾਰਾ ਕੰਮ ਜਿਹੜਾ ਉਲਟ ਪੁਲਟ ਕਰਤਾ ਸੀ। ਉਹਨੇ ਫਿਰ 1980 ਤੋਂ ਬਾਅਦ ਕਿਹਾ ਵੀ ਹੁਣ ਤੁਹਾਨੂੰ ਦੱਸੂਗੀ ਮੈਂ ਕੀ ਹੈ ਕੀ ਨਹੀਂ ਹੈ। ਉਹਦੇ ਵਿੱਚ ਫਿਰ ਇਸ ਵੱਲ ਦਾ ਨੀਂਹ ਪੱਥਰ ਰੱਖਿਆ ਗਿਆ, ਜਿਹਦੇ ਵਿੱਚ ਬਕਾਇਦਾ ਤੌਰ ਤੇ ਮਾਨਯੋਗ ਸਾਡੇ ਕੈਪਟਨ ਸਾਹਿਬ ਕਈ ਲੈ ਕੇ ਗਏ ਸੀ, ਇੱਕ ਵਿਸ਼ੇਸ਼ ਕਈ ਬਣਾ ਕੇ। 84 ਹੋਈ, ਫਿਰ ਕਿਹੜਾ ਕੰਮ ਨਹੀਂ ਉੱਥੇ ਹੋਇਆ। फिर बाठल खो के भी भाग गए थे एक हमारे नेता जी। ਬਿਲਕੁਲ। ਇਸ ਕਰਕੇ ਜਿਹੜਾ ਸੀ ਕੁਝ ਗੱਲਾਂ ਤੇ ਅਸੀਂ ਆਪ ਵੀ ਦੋਸ਼ੀ ਆ ਵੀ ਅਸੀਂ ਉਹਨਾਂ ਗੱਲਾਂ ਨੂੰ ਵਾਚਿਆ ਨਹੀਂ, ਧਿਆਨ ਨਹੀਂ ਦਿੱਤਾ ਉਹਨਾਂ ਗੱਲਾਂ ਤੇ ਉਦੋਂ ਦੀ ਜੀ। ਸੋ ਸ਼ੁਕਰੀਆ ਜੀ ਤੁਹਾਡਾ, ਮਿਹਰਬਾਨੀ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਸੀਂ ਇਸ ਵਕਤ ਸਾਡੇ ਨਾਲ ਬਠਿੰਡਾ ਸਟੂਡੀਓ ਤੋਂ ਜੁੜੇ ਹੋਏ ਹੋ ਤੇ ਆਪਾਂ ਇੱਕ ਵਪਾਰਿਕ ਸੰਦੇਸ਼ ਤੇ ਫਿਰ ਸ਼ਿਵਿੰਦਰ ਜੀ ਨਾਲ ਅੱਗੇ ਸਾਂਝ ਪਾਵਾਂਗੇ। ਸੋ ਜੁੜੇ ਰਹੋ ਰੇਡੀਓ ਪੰਜਾਬ ਟੁਡੇ ਦੇ।